जी वेलकम विभा मैम। विभा मैम, एम आई ऑडिबल? एक सेकेंड। मैम अनम्यूट कर लो अपने आप ਨੂੰ। हेलो मैम, अनम्यूट कर लो अपने आप ਨੂੰ। जी ऑडिबल है? हेलो। हाँ जी एक सेकंड सर, एक हाँ सेकंड। वीडियो ऑन कर हेलो लो मैम, अपनी वीडियो भी ऑन कर लो अपनी। कैन स्टार्ट नाउ। ओके सर, ठीक है सर, थैंक यू। Myself Vibha Chauhan and I am from Government IT Women Veridiate Amritsar. I am the instructor of Fashion Design Technology. I would like to thank our Deputy Director Mr. Vijayendra Raman and other officials of Department of Technical Education and Industrial Training Wing who has given me the great platform with me. Today the topic on which I am going to speak is the meaning of and scope of business and introduction to fashion merchandising. Next. सर थोड़ा जूम कर बनू। गवर्नमेंट ट्रेनिंग इंस्टीट्यूट ब्रिगेड ਅੰਮ੍ਰਿਤਸਰ ਬਾਰੇ ਸਭ ਤੋਂ ਪਹਿਲੇ ਮੈਂ ਤੁਹਾਨੂੰ ਥੋੜੀ ਜਾਣਕਾਰੀ ਦੇਣਾ ਜਾ ਰਹੀ ਹਾਂ। ਇਹਦੇ ਵਿੱਚ ਜਿਹੜੇ विभा मैम प्लीज चेक योर वॉइस। सर एक्चुअली सर मैंने स्क्रीन मेरी दोबारा तो ज्वाइन किया क्योंकि नेटवर्क कनेक्शन कनेक्टिविटी कटी थी। मैम नीचे एक छोटा जा आइकॉन है सर वो प्लीज। हाँ यस हाँ जी यस आइकॉन ਤੇ ਕਲਿੱਕ ਕਰ ਦਿਆ ਕਰੋ ਤੁਸੀਂ ਉਹਦੇ ਤੇ। ਠੀਕ ਹੈ, ਇਟਸ ਓਕੇ नो। ਮੈਨੂੰ ਸਰ ਦੀ ਸਕਰੀਨ ਨਹੀਂ ਦਿਖਾਈ ਦੇ ਰਹੀ। मैम बस ऐसे आ रहा है कि नवजोत बट नहीं स्क्रीन शेयरिंग जी मैम ਤੁਸੀਂ स्क्रीन ਇੱਕ ਕੰਮ ਕਰੋ, ਤੁਹਾਡੇ ਮੋਬਾਈਲ ਦੇ ਨੀਚੇ ਨਾ ਇੱਕ ਟੈਬ ਆਈਕਨ ਸਕਰੀਨ ਦਾ ਹੀ ਬਣ ਕੇ ਆਇਆ ਹੋਗਾ, ਉਹ ਟੈਬ ਤੇ ਤੁਸੀਂ ਆਪਣਾ ਟੱਚ ਕਰੋ, ਤੁਹਾਡੇ ਫੋਨ ਤੇ ਉਹ ਆ ਜਾਏਗੀ ਸਕਰੀਨ ਤੁਹਾਡੀ। देखो मैम
मैम स्क्रीन इज विजिबल। उपासना मैम स्क्रीन दिख रही ਤੁਹਾਨੂੰ? हाँ जी सर दिख रही है जी। ओके 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 ठीक है। विभा मैम प्लीज चेक योर सेटिंग्स ओनली। हाँ जी सर, ठीक है सर, आ रही है नजर। हाँ जी सर जी फाइन। हाँ जी, ਅਸੀਂ ਗੱਲ ਕਰ ਰਹੇ ਸੀ ਗਵਰਨਮੈਂਟ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਬੇਰੀਗੇਟ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਟ੍ਰੇਡਸ ਚੱਲਦੀਆਂ ਨੇ, ਕਟਿੰਗ ਟੇਲਰ ਐਮਬਰਾਇਡਰੀ ਐਂਡ ਟੀਚਰ ਟ੍ਰੇਨਿੰਗ 1 ਸਾਲ ਦੀ ਟ੍ਰੇਡ ਹੈ ਜਿਹੜੀ 2 ਸਾਲਾਂ ਤੋਂ ਬਾਅਦ ਸਵਿੰਗ ਟੈਕਨੋਲੋਜੀ ਦੀ ਟ੍ਰੇਡ ਹੈ 1 ਸਾਲ ਦੀ, ਸਰਫੇਸ ornamentation ਟੈਕਨੀਕ ਕਢਾਈ ਦੀ ਟ੍ਰੇਡ ਹੈ 1 ਸਾਲ ਦੀ, ਫੈਸ਼ਨ ਡਿਜ਼ਾਈਨ ਟੈਕਨੋਲੋਜੀ ਇਹ ਵੀ ਟ੍ਰੇਡ ਹੈ ਜਿਹੜੀ ਇੱਥੇ ਚੱਲ ਰਹੀ ਹੈ, ਬੇਸਿਕ ਕਾਸਮੈਟੋਲੋਜੀ ਬਿਊਟੀ ਐਂਡ ਕੇਅਰ ਦੇ ਨਾਲ ਸੰਬੰਧਿਤ ਹੈ ਟ੍ਰੇਡ ਜਿਹੜੀ ਇੱਥੇ ਚੱਲ ਰਹੀ ਹੈ ਗਵਰਨਮੈਂਟ ਆਈਟੀ ਵੂਮਨ ਬੈਰੀਗੇਡ 'ਚ, ਡਰਾਫਟਮੈਨ ਸਿਵਲ ਐਂਡ ICTSM ਇਹ ਦੋ ਜਿਹੜੀਆਂ ਟ੍ਰੇਡਸ ਨੇ ਦੋਵੇਂ 2 ਸਾਲਾ ਟ੍ਰੇਡਸ ਨੇ। ਡਰਾਫਟਮੈਨ ਸਿਵਲਸ ਦੇ ਵਿੱਚ ਨਕਸ਼ੇ ਬਣਾਉਣ ਦੀ ਸਾਰੇ ਤਰੀਕੇ ਦੱਸੇ ਜਾਂਦੇ ਨੇ ਤੇ ਬਹੁਤ ਹੀ ਟ੍ਰੈਂਡ ਦੇ ਵਿੱਚ ਹੈ ਵੀ ਟ੍ਰੇਡ ਦਾ ਮੋਟਿਵ। ICTSM ਦੇ ਵਿੱਚ ਵੀ 2 ਸਾਲਾਂ ਦੀ ਟ੍ਰੇਡ ਹੈ ਜਿਹਦੇ ਵਿੱਚ ਟੈਕਨੀਸ਼ੀਅਨ ਦੇ ਬਾਰੇ ਦੱਸਿਆ ਜਾਂਦਾ ਹੈ। ਪ੍ਰਿੰਸੀਪਲ ਸਾਡੇ ਨੇ ਸਰਦਾਰ ਕਿਰਪਾਲ ਸਿੰਘ ਜੀ ਤੇ ਉਹਨਾਂ ਦਾ ਮੋਬਾਈਲ ਨੰਬਰ ਹੈ 9815791144। ਜੇ ਤੁਸੀਂ ਕਿਸੇ ਚੀਜ਼ ਦੇ ਰਿਲੇਟਡ ਕੁਝ ਕੁਐਰੀ ਲੈਣਾ ਚਾਹੁੰਦੇ ਹੋ ਤੇ ਸਾਨੂੰ ਪੁੱਛ ਸਕਦੇ ਹੋ। ਹੁਣ ਮੇਰਾ ਟੌਪਿਕ ਸੀ ਅੱਜ ਮੀਨਿੰਗ ਐਂਡ ਸਕੋਪ ਆਫ ਬਿਜ਼ਨਸ। ਸਭ ਤੋਂ ਪਹਿਲੇ ਮੈਂ ਮੀਨਿੰਗ ਆਫ ਬਿਜ਼ਨਸ ਤੁਹਾਡੇ ਨਾਲ ਡਿਸਕਸ ਕਰਦੀ ਹਾਂ। ਬਿਜ਼ਨਸ ਇਜ਼ ਦਾ ਐਕਟੀਵਿਟੀ ਆਫ ਕ੍ਰੀਏਟਿੰਗ, ਪ੍ਰੋਡਿਊਸਿੰਗ ਐਂਡ ਮਾਰਕੀਟਿੰਗ ਪ੍ਰੋਡਕਟਸ ਔਰ ਸਰਵਿਸਿਜ਼। ਬਿਜ਼ਨਸ ਇੱਕ ਪ੍ਰਕਿਰਿਆ ਹੈ ਜੋ ਕਿ ਕਿਸੇ ਵੀ ਵਸਤੂ ਦੀ ਕ੍ਰੀਏਸ਼ਨ, ਉਸਦੇ ਉਤਪਾਦਨ, ਮਾਰਕੀਟਿੰਗ ਅਤੇ ਸੇਲਸ ਦੇ ਨਾਲ ਸੰਬੰਧਿਤ ਹੈ। The primary objective of business is to make a profit. ਸਭ ਤੋਂ ਪਹਿਲਾ ਉਦੇਸ਼ ਬਿਜ਼ਨਸ ਦਾ ਵੱਧ ਤੋਂ ਵੱਧ ਮੁਨਾਫਾ ਪ੍ਰਾਪਤ ਕਰਨਾ ਹੁੰਦਾ ਹੈ। Profit or net income is the amount of money a business earns in excess of its expenses. ਖਰਚੇ ਤੋਂ ਵੱਧ ਜਿਹੜਾ ਪੈਸਾ ਕਮਾਇਆ ਜਾਂਦਾ ਹੈ ਉਸ ਨੂੰ ਮੁਨਾਫਾ ਕਿਹਾ ਜਾਂਦਾ ਹੈ। Consequently, in this country, business can be defined as the activity of creating, producing, marketing products or services for a profit. ਇਸ ਦੇਸ਼ ਵਿੱਚ ਵਪਾਰ ਨੂੰ ਕ੍ਰੀਏਟ ਕਰਨ ਵਾਲੀ, ਪ੍ਰੋਡਿਊਸ ਕਰਨ ਵਾਲੀ ਅਤੇ ਪ੍ਰੋਡਿਊਸ ਕੀਤੇ ਉਤਪਾਦ ਦੀ ਮਾਰਕੀਟਿੰਗ ਕਰਨ ਦੀ ਪ੍ਰਕਿਰਿਆ ਨਾਲ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਜਿਸ ਦਾ ਮੇਨ ਉਦੇਸ਼ ਕੀ ਹੁੰਦਾ ਹੈ? ਪ੍ਰੋਫਿਟ ਦੀ ਕਮਾਈ ਕਰਨਾ, ਪ੍ਰੋਫਿਟ ਕਮਾਉਣਾ। If a business does not make a profit, ਜੇ ਕੋਈ ਬਿਜ਼ਨਸ ਪ੍ਰੋਫਿਟ ਨਹੀਂ ਬਣਾਉਂਦਾ then it remains stagnant, ਇਹ ਬਿਲਕੁਲ ਸਥਿਰ ਹੋ ਜਾਏਗਾ, ਇਹਦੀ ਗਰੋਥ ਨਹੀਂ ਹੋ ਪਾਏਗੀ। Therefore, profit is the lifeblood of any business. ਪ੍ਰੋਫਿਟ ਜਿਹੜਾ ਵੈ ਹਰ ਬਿਜ਼ਨਸ ਦਾ ਇੱਕ ਲਾਈਫ ਬਲੱਡ ਹੈ, ਇੱਕ ਬੈਕਬੋਨ ਹੈ, ਰੀੜ ਦੀ ਹੱਡੀ ਹੈ। ਬਿਨਾਂ ਪ੍ਰੋਫਿਟ ਤੋਂ ਕੋਈ ਵੀ ਬਿਜ਼ਨਸ ਐਗਜ਼ਿਸਟ ਨਹੀਂ ਕਰ ਸਕਦਾ। ਐਸੀ ਸਾਡੀ ਬਿਜ਼ਨਸ ਦੀ ਡੈਫੀਨੇਸ਼ਨ। ਹੁਣ ਫੈਸ਼ਨ ਬਿਜ਼ਨਸ ਕੀ ਹੁੰਦਾ ਹੈ ਉਹਦੇ ਬਾਰੇ ਮੈਂ ਜਾਣਕਾਰੀ ਤੁਹਾਨੂੰ ਦੇਣ ਲੱਗੀ ਹਾਂ। ਫੈਸ਼ਨ ਬਿਜ਼ਨਸ ਇਜ਼ ਵਨ ਆਫ ਦਾ ਲਾਰਜੈਸਟ ਇੰਪਲੋਇਰਸ ਇਨ ਦਿਸ ਕੰਟਰੀ। ਇਸ ਕੰਟਰੀ ਦੇ ਵਿੱਚ ਫੈਸ਼ਨ ਬਿਜ਼ਨਸ ਸਭ ਤੋਂ ਵੱਡਾ ਜਿਹੜਾ ਵੈ ਬਿਜ਼ਨਸ ਮੰਨਿਆ ਜਾਂਦਾ ਹੈ। ਦ ਬਿਜ਼ਨਸ encompasses 4 different levels। ਜਿਹੜੇ ਬਿਜ਼ਨਸ ਹੈ ਵੈ ਫੈਸ਼ਨ ਬਿਜ਼ਨਸ ਹੈ ਇਹਨੂੰ 4 ਲੈਵਲਸ 'ਚ ਵੰਡਿਆ ਗਿਆ ਹੈ। One level is concerned with the production of the raw material। ਪਹਿਲਾ ਲੈਵਲ ਜਿਹੜਾ ਹੈ ਉਹ raw material ਕੱਚੇ ਮਾਲ ਦੀ ਪ੍ਰੋਡਕਸ਼ਨ ਦੇ ਨਾਲ, ਉਤਪਾਦਨ ਦੇ ਨਾਲ ਉਹਨੂੰ ਕੰਸਰਨ ਕੀਤਾ ਗਿਆ ਹੈ, ਸੰਬੰਧਿਤ ਕੀਤਾ ਗਿਆ ਹੈ। A second level is concerned with the manufacture of the finished product। ਤੇ ਜਿਹੜਾ ਦੂਸਰਾ ਲੈਵਲ ਹੈ ਉਹਨੂੰ ਤਿਆਰ ਮਾਲ ਦੇ ਉਤਪਾਦਨ ਨਾਲ ਸੰਬੰਧਿਤ ਹੈ। ਤੀਸਰਾ ਲੈਵਲ, a third level is concerned with the distribution and retailing of fashion products। ਤੀਸਰਾ ਲੈਵਲ ਫੈਸ਼ਨ ਉਤਪਾਦ ਦਾ ਵੰਡ ਅਤੇ ਪ੍ਰਚੂਨ ਨਾਲ ਸੰਬੰਧਿਤ ਹੈ ਕਿ ਫਾਈਨਲੀ ਜਿਹੜਾ ਵੈ ਅਸੀਂ ਅਲਟੀਮੇਟ ਕਸਟਮਰ ਤੱਕ ਪ੍ਰੋਡਕਟ ਕਿੱਦਾਂ ਪਹੁੰਚਾਉਣਾ ਹੈ। ਫਾਈਨਲੀ a fourth level known as the auxiliary level। ਆਖਿਰ ਤੇ ਚੌਥਾ ਲੈਵਲ ਆਕਸੀਲਰੀ ਲੈਵਲ ਜਿਹਨੂੰ ਸਹਾਇਕ ਲੈਵਲ ਕਿਹਾ ਜਾਂਦਾ ਹੈ is concerned with the use of all avenues of advertising and promotions as they relate to each other, to the other 3 levels। ਸਹਾਇਕ ਲੈਵਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਹੜਾ ਕਿ ਵਿਗਿਆਪਨ ਅਤੇ ਤਰੱਕੀ ਦੇ ਸਾਰੇ ਤਰੀਕਿਆਂ ਦੀ ਵਰਤੋਂ ਨਾਲ ਸੰਬੰਧਿਤ ਹੈ, ਜਿਵੇਂ ਕਿ ਇਹ ਦੂਸਰੇ 3 ਲੈਵਲਸ ਦੇ ਨਾਲ ਸੰਬੰਧਿਤ ਹੈ। ਮਤਲਬ ਜਿਹੜਾ ਆਕਸੀਲਰੀ ਲੈਵਲ ਹੈ ਜਿਹਦੇ ਵਿੱਚ ਬੈਂਕਿੰਗ ਆਉਂਦੀ ਹੈ, ਜਿਹਦੇ ਵਿੱਚ ਵੇਅਰ ਹਾਊਸਿੰਗ ਆਉਂਦੀ ਹੈ, ਜਿਹੜੇ ਵੀ ਸਹਾਇਕ ਐਡਵਰਟਾਈਜ਼ਮੈਂਟ ਹੋ ਗਈ, ਇਹ ਉਹ ਲੈਵਲ ਹੁੰਦਾ ਹੈ ਜਿਹਦੇ ਕਿ ਸਾਰੀਆਂ ਲੈਵਲਸ ਦੇ ਨਾਲ ਸੰਬੰਧਿਤ ਹੈ। ਹੁਣ ਅਸੀਂ ਪੜ੍ਹਨ ਜਾ ਰਹੇ ਹਾਂ ਸਕੋਪ ਆਫ ਫੈਸ਼ਨ ਬਿਜ਼ਨਸ। ਫੈਸ਼ਨ ਬਿਜ਼ਨਸ ਦਾ ਕੀ ਸਕੋਪ ਹੈ? With economic prosperity, average income and spending power is increasing। ਆਰਥਿਕ ਖੁਸ਼ਹਾਲੀ ਨਾਲ ਔਸਤ ਕਮਾਈ ਅਤੇ ਖਰਚਾ ਵੱਧ ਗਿਆ ਹੈ। People spending more on attire। ਲੋਕਾਂ ਨੇ ਆਪਣੇ ਕੱਪੜਿਆਂ ਉੱਪਰ ਖਰਚਾ ਕਰਨਾ ਜ਼ਿਆਦਾ ਸ਼ੁਰੂ ਕਰ ਦਿੱਤਾ ਹੈ। The demand for designer wear is high।
along with the equality enormous quantity of export orders, resulting in major prospects for fashion design graduates. डिजाइनर वेयर की डिमांड बढ़ गई है, जिस दे नाल नाल एक्सपोर्ट ऑर्डर्स की मात्रा भी बढ़ गई है, जिसका नतीजा यह है कि फैशन डिजाइन दे पढ़े लिखे लोगों का फ्यूचर ब्राइट हो गया है। अपॉर्चुनिटी टू वर्क एज ए फ्रीलांसर, फ्रीलांसर वजों काम करने के मौके बढ़ गए हैं। फ्रीलांसर वो होंगे ने जिहड़े सिर्फ अपना डिजाइन सेल करते हैं ते पैसे कमाते हैं। अपॉर्चुनिटी टू स्टार्ट योर ओन बुटीक, अपने बुटीक नूं शुरू करने के मौके बढ़ गए हैं। You can start your own academy to teach fashion, which is again a good business. तुसी अपनी फैशन सिखाउण लई अपनी खुद दी academy भी शुरुआत कर सकते हो, जो कि एक वधिया business है। The fashion business is composed of numerous industries, all working to keep consumers of fashion satisfied. Fashion business ਵਿੱਚ बहुत ज़्यादा इंडस्ट्रीज आउंदियां हन, सारियां उपभोक्ता नूं कस्टमर जिहड़ा हुंदा साडा ओनू सैटिस्फाई करन वास्ते इकट्ठियां काम करदियां हन। A special relationship exists among these industries. एक खास इन्हां दे विच relationship industries दे विच हुंदा है, that makes the fashion business different from other business, जेड़ा कि fashion business नूं दूसरे business नालों अलग करदा है। The 4 different levels of the fashion business known as, जेड़े 4 different level fashion business दे विच आंदे ने, उन्हां दे नाम है primary level, secondary level, रिटेल लेवल जिन्हों परचून लेवल भी कहा जाता है, ऑक्सीलरी लेवल, सहायक लेवल। इन्हां दी सब दियां अपनियां अपनियां संस्थावां ने, अपनियां अपनियां कैटेगरीज ने, पर इकट्ठे काम करदियां ने ते फैशन दा बिजनेस जिहड़ा अगे चलदा है। नेक्स्ट, लैवल्स इन फैशन बिजनेस। हुण असीं पिछे लैवल्स डिस्कस कीते सी, हुण डिटेल च समझांगे वो लैवल की ने। ओही फैशन बिजनेस दा स्कोप ने, ओही आधार ने फैशन दा। Primary level. The primary level is composed of the grow and producers of the raw materials of fashion, the fiber, fabric, leather, and fur producers whose function in the raw material markets. Primary level ते विच fashion products दे कच्चे माल दे उत्पादक आउंदे हन, जिवें कि फाइबर, फैब्रिक, लैदर और फर के उत्पादक आते हैं। ये कच्चे माल दियां मार्केटां विच काम करते हैं। इन्हां दी प्लैनिंग का सब तो पहला हिस्सा रंग, टैक्सचर और फंक्शन प्राइमरी लैवल ते ध्यान रखना हुंदा है। हुण सैकेंडरी लैवल की है? सैकेंडरी लैवल, द सैकेंडरी लैवल इज कंपोज्ड ऑफ इंडस्ट्रीज, मैन्युफैक्चरर्स एंड contractors that produce the semi-finished or finished goods from the materials produced on the primary level. On the other hand, secondary level are the manufacturers of women's wear, men's wear, children's apparel and accessories. Secondary level उद्योगां विच निर्मातावां अते ठेकेदारां दा ਬਣਿਆ ਹੁੰਦਾ है, जो प्राइमरी लेवल तो तैयार कीतियां वस्तुआं नूं अर्ध मुकम्मल जां मुकम्मल फैशन दा समान तैयार करदे हन। इन्हां सैकेंडरी लेवल दे विच आदमियां ते औरतां दे कपड़े, बच्चों के कपड़े ते सहायक समान आउंदे हन। नेक्स्ट, levels in fashion business दे विच रिटेल लेवल जिहड़ा है, the retail level is the ultimate distribution level. On this level are the different types of retailers who buy their goods from the secondary level and then supply them directly to the consumer. रिटेल लेवल परचून लेवल है, अखीरला वंड दा लेवल हुंदा है। इस लेवल दे विच रिटेलर दियां वख-वख किस्मां आउंदियां हन, जो अपना माल सैकेंडरी लेवल तो खरीददियां हन अते फिर उस माल नूं सिद्धा कंज्यूमर्स नूं सप्लाई करदियां हन, जिहड़े कि अल्टीमेट कंज्यूमर जिन्हां वास्ते प्रोडक्ट बनाया गया है। ऑक्सीलरी लेवल, auxiliary level is the only level that functions with all other levels simultaneously. This level is composed of all the support services that are working constantly with primary producers, secondary manufacturers and retailers in order to keep consumers aware of the fashion product is produced for ultimate consumption. Auxiliary level, सहायक level इको अजिहा लेवल है जो बाकी दे सारे लेवल्स दे नाल काम करता है। ए प्राइमरी निर्मातावां, सैकेंडरी निर्मातावां ते परचून विक्रेता दे नाल कंज्यूमर्स नूं जागरूक करन लई निरंतर काम करता है, ताकि फैशन प्रोडक्ट्स नूं एडवरटाइजमेंट टेक्नीक अपना के अल्टीमेट कंज्यूमर्स तक पहुंचाया जा सके। ए है सहायक लेवल
Next, fashion merchandising. ਹੁਣ ਅਸੀਂ meaning and business of scope ਜਿਹੜਾ ਅਸੀਂ ਕਰ ਲਿਆ ਵੈ। ਹੁਣ ਅਸੀਂ fashion designing, merchandising ਦੇ ਬਾਰੇ ਸਮਝਾਂਗੇ। Fashion merchandising can be defined as a planning and promotion of sales by presenting a product to the right market at the proper time by carrying out organized, skillful advertising, using attractive displays, etc. Fashion merchandising planning ਅਤੇ sale ਦੀ promotion ਨਾਲ ਸੰਬੰਧਿਤ ਕੀਤਾ ਜਾ ਸਕਦਾ ਹੈ, ਜਿਸ ਵਿੱਚ ਇੱਕ ਉਤਪਾਦ ਨੂੰ ਸਹੀ ਸਮੇਂ ਤੇ ਸਹੀ ਮਾਰਕੀਟ ਨੂੰ ਪੇਸ਼ ਕਰਕੇ ਸੰਗਠਿਤ ਕਰਕੇ ਕੁਸ਼ਲ ਵਿਗਿਆਪਨ ਦਾ ਇਸਤੇਮਾਲ ਕਰਕੇ ਆਕਰਸ਼ਕ ਬਣਾ ਕੇ ਵਰਤੋਂ ਕੀਤੀ ਜਾਂਦੀ ਹੈ। Merchandising within fashion retail refers especially to the stock planning, management and control process. Fashion merchandising is a job that is done worldwide. The position requires well-developed quantitative skills and natural ability to discover trends, meaning relationships and interrelationships among standard sales and stock figures. Fashion परचून ਦੇ ਅੰਦਰ ਖਾਸ ਕਰਕੇ ਪ੍ਰੋਡਕਟ ਨੂੰ ਸਟਾਕ ਕਰਨਾ, ਯੋਜਨਾਬੰਦ ਕਰਨਾ, ਉਸ ਦੀ ਪਲੈਨਿੰਗ ਕਰਨਾ, ਨਿਯੰਤਰਣ ਪ੍ਰਕਿਰਿਆ ਦਾ ਹਵਾਲਾ ਦਿੰਦਾ ਹੈ। ਫੈਸ਼ਨ ਮਰਚੈਂਡਾਈਜ਼ਿੰਗ ਇੱਕ ਅਜਿਹੀ ਨੌਕਰੀ ਹੈ ਜੋ ਪੂਰੀ ਦੁਨੀਆ ਵਿੱਚ ਕੀਤੀ ਜਾਂਦੀ ਹੈ। ਇਸ ਪੋਜੀਸ਼ਨ ਤੇ ਕੰਮ ਕਰਨ ਵਾਲਿਆਂ ਦੀ ਬਹੁਤ ਵਧੀਆ ਕੁਆਂਟੀਟੇਟਿਵ ਹੁਨਰ, ਲੇਟੈਸਟ ਟ੍ਰੈਂਡ ਨੂੰ ਜਾਣਨ ਦੀ ਕੁਦਰਤੀ ਯੋਗਤਾ ਦੀ ਜ਼ਰੂਰਤ ਹੁੰਦੀ ਹੈ। ਨੈਕਸਟ, ਮਰਚੈਂਡਾਈਜ਼ਰ। ਹੁਣ ਅਸੀਂ ਸਮਝਾਂਗੇ ਕਿ ਮਰਚੈਂਡਾਈਜ਼ਰ ਕੌਣ ਹੁੰਦਾ ਹੈ। The term merchandiser defined as a person who do buying and selling of goods for the purpose of making profit. Merchandising ਉਹ term ਹੈ ਜਿਸ ਵਿੱਚ ਇੱਕ person fashion industry ਵਿੱਚ ਉਤਪਾਦ ਨੂੰ ਖਰੀਦਦਾ ਤੇ ਵੇਚਦਾ ਹੈ ਤਾਂ ਕਿ ਉਹ ਵੱਧ ਤੋਂ ਵੱਧ ਪੈਸਾ ਕਮਾ ਸਕੇ ਜਾਂ profit ਕਮਾ ਸਕੇ। For the purpose of making profit in business, in fashion industry, there are different types of merchandising profiles which are meant to perform different levels of different types of functions all together at different stages of fashion industry. ਉਹ ਵੱਧ ਤੋਂ ਵੱਧ ਪੈਸਾ ਕਮਾ ਸਕਦਾ ਹੈ ਤੇ ਕਿਸ ਤਰ੍ਹਾਂ ਕਮਾ ਸਕਦਾ ਹੈ ਕਿ ਮਰਚੈਂਡਾਈਜ਼ਰ ਦੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਫਿਟ ਹੁੰਦੇ, ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਨੂੰ ਅਲੱਗ-ਅਲੱਗ ਫੰਕਸ਼ਨਸ ਹੁੰਦੇ ਨੇ ਉਹਨਾਂ ਦੇ, ਜਿਨ੍ਹਾਂ ਨੂੰ ਅਸੀਂ ਯੂਜ਼ ਕਰਕੇ ਫੈਸ਼ਨ ਦੀਆਂ ਸਾਰੀਆਂ ਸਟੇਜਸ ਦੇ ਵਿੱਚ ਇਕੱਠਾ ਕੰਮ ਕਰਕੇ ਅਸੀਂ ਅੱਗੇ ਫੈਸ਼ਨ ਬਿਜ਼ਨਸ ਨੂੰ ਵਧਾਉਂਦੇ ਹਾਂ। ਟਾਈਪਸ ਆਫ ਮਰਚੈਂਡਾਈਜ਼ਰ ਦੀਆਂ ਜਿਹੜੀਆਂ ਕਿਸਮਾਂ ਕਿਹੜੀਆਂ ਨੇ? ਫੈਸ਼ਨ ਮਰਚੈਂਡਾਈਜ਼ਰ, ਪ੍ਰੋਡਕਸ਼ਨ ਐਂਡ ਐਕਸਪੋਰਟ ਮਰਚੈਂਡਾਈਜ਼ਰ ਐਂਡ ਰਿਟੇਲ ਮਰਚੈਂਡਾਈਜ਼ਰ। ਨੈਕਸਟ, ਰੋਲਸ ਆਫ ਫੈਸ਼ਨ ਮਰਚੈਂਡਾਈਜ਼ਰ। ਫੈਸ਼ਨ ਮਰਚੈਂਡਾਈਜ਼ਰ ਦਾ ਕੀ ਰੋਲ ਹੁੰਦਾ ਹੈ? ਸਭ ਤੋਂ ਪਹਿਲਾ ਰੋਲ ਕੀ ਹੈ? ਫੈਸ਼ਨ ਫੋਰਕਾਸਟਿੰਗ। ਫੈਸ਼ਨ ਫੋਰਕਾਸਟਿੰਗ ਸਮੇਂ ਤੋਂ ਪਹਿਲਾਂ ਆਉਣ ਵਾਲੇ ਅਗਲੇ ਫੈਸ਼ਨ ਦਾ ਅਨੁਮਾਨ ਲਗਾਉਣਾ, ਇਹ ਇੱਕ ਕੰਮ ਹੈ ਫੈਸ਼ਨ ਮਰਚੈਂਡਾਈਜ਼ਰ ਦਾ। ਡਿਜ਼ਾਈਨ ਡਿਵੈਲਪਮੈਂਟ, ਪ੍ਰਿੰਸੀਪਲਸ ਤੇ ਐਲੀਮੈਂਟਸ ਆਫ ਡਿਜ਼ਾਈਨ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਬਣਾਉਣਾ ਇੱਕ ਸੈਕਿੰਡ ਕੰਮ ਉਹਦਾ ਇਹ ਹੁੰਦਾ ਹੈ। ਸੈਂਪਲ ਮੇਕਿੰਗ ਡਿਜ਼ਾਈਨਰ ਦੁਆਰਾ ਗਾਰਮੈਂਟਸ ਦੇ ਡਿਜ਼ਾਈਨ ਨੂੰ ਪ੍ਰੈਕਟੀਕਲ ਸ਼ੇਪ ਦੇਣ ਲਈ ਸਭ ਤੋਂ ਪਹਿਲਾਂ ਇੱਕ ਸੈਂਪਲ ਤਿਆਰ ਕੀਤਾ ਜਾਂਦਾ ਹੈ। ਪ੍ਰੋਡਕਟ ਸਪੈਸੀਫਿਕੇਸ਼ਨ 'ਚ ਕਸਟਮਰ ਦੀ ਚੁਆਇਸ ਅਤੇ ਰਿਕੁਆਇਰਮੈਂਟ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਸ਼ੀਟ ਤਿਆਰ ਕੀਤੀ ਜਾਂਦੀ ਹੈ ਜਿਸ ਵਿੱਚ ਕਸਟਮਰ ਦੀਆਂ ਸਪੈਸੀਫਿਕੇਸ਼ਨ ਲਿਖੀਆਂ ਜਾਂਦੀਆਂ ਹਨ ਅਤੇ ਇਹ ਸ਼ੀਟ ਸਾਰੇ ਪ੍ਰੋਡਕਸ਼ਨ ਲੈਵਲ ਤੇ ਦਿੱਤੀ ਜਾਂਦੀ ਹੈ ਤਾਂ ਕਿ ਕਸਟਮਰ ਦੀ ਸੈਟਿਸਫੈਕਸ਼ਨ ਦੇ ਅਕੋਰਡਿੰਗਲੀ ਪ੍ਰੋਡਕਟ ਰੈਡੀ ਹੋ ਸਕੇ। ਮਰਚੈਂਡਾਈਜ਼ ਪਲੈਨਿੰਗ ਨੈਕਸਟ ਜਿਹੜਾ ਕੰਮ ਹੁੰਦਾ ਵੈ ਮਰਚੈਂਡਾਈਜ਼ ਪਲੈਨਿੰਗ ਦਾ ਮਰਚੈਂਡਾਈਜ਼ ਪਲੈਨਿੰਗ ਦਾ ਕੰਮ ਹੁੰਦਾ ਹੈ। ਮਰਚੈਂਡਾਈਜ਼ ਪਲੈਨਿੰਗ ਦੇ ਵਿੱਚ ਕੀ ਹੁੰਦਾ ਹੈ? ਇਸ ਵਿੱਚ 6 ਮਹੀਨੇ ਪਹਿਲੇ ਤੋਂ ਹੀ ਕੱਪੜੇ ਦੇ ਉਤਪਾਦ ਦੀ ਪਲੈਨਿੰਗ ਕਰਨੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਕਿ ਰਾ ਮਟੀਰੀਅਲ ਕਿੱਥੋਂ ਪਰਚੇਸ ਕੀਤਾ ਜਾਏਗਾ, ਸਾਡੇ ਟਾਰਗੇਟ ਕਸਟਮਰਸ ਕਿਹੜੇ ਹੋਣਗੇ, ਅਸੀਂ ਐਡਵਰਟਾਈਜ਼ਮੈਂਟ ਟੈਕਨੀਕਸ ਕਿਹੜੀਆਂ ਯੂਜ਼ ਕਰਾਂਗੇ, ਇਹ ਸਾਨੂੰ ਪਲੈਨਿੰਗ ਪਹਿਲੇ ਤੋਂ ਹੀ ਕਰਨੀ ਪੈਂਦੀ ਹੈ, ਜਿਹੜਾ ਕੰਮ ਫੈਸ਼ਨ ਡਿਜ਼ਾਈਨਰ ਕਰਦਾ ਹੈ, ਫੈਸ਼ਨ ਮਰਚੈਂਡਾਈਜ਼ਰ ਕਰਦਾ ਹੈ। ਬਾਇੰਗ ਦੇ ਵਿੱਚ ਕੀ ਹੁੰਦਾ ਹੈ? ਇਹ ਫੈਸ਼ਨ ਵਪਾਰੀ ਦੀ ਬਹੁਤ ਮਹੱਤਵਪੂਰਨ ਗਤੀਵਿਧੀ ਹੁੰਦੀ ਹੈ ਕਿਉਂਕਿ ਇਹ ਚੰਗੇ ਉਤਪਾਦਨ ਅਤੇ ਉਹਨਾਂ ਨੂੰ ਪ੍ਰਚੂਨ ਸਟੋਰ ਤੇ ਵਿਕਰੀ ਲਈ ਲਿਆਉਣ ਦੀ ਅਸਲ ਪ੍ਰਕਿਰਿਆ ਹੁੰਦੀ ਹੈ ਕਿ ਅਸੀਂ ਫਾਈਨਲੀ ਜਿਹੜਾ ਅਲਟੀਮੇਟ ਕਸਟਮਰ ਤੱਕ ਅਸੀਂ ਪ੍ਰੋਡਕਟ ਨੂੰ ਪਹੁੰਚਾਉਣਾ। ਇਹ ਹੁੰਦਾ ਹੈ ਰੋਲ ਆਫ ਫੈਸ਼ਨ ਮਰਚੈਂਡਾਈਜ਼ਰ ਦੇ, ਜਿਹੜੇ ਕੰਮ ਕਰਨ ਦੇ ਰੋਲ ਹੈ ਬਿਜ਼ਨਸ ਦੇ ਵਿੱਚ ਫੈਸ਼ਨ ਮਰਚੈਂਡਾਈਜ਼ਰ ਦੇ ਕੀ ਰੋਲ ਨੇ। ਨੈਕਸਟ ਹੈ ਅਪੈਰਲ ਐਕਸਪੋਰਟ ਮਰਚੈਂਡਾਈਜ਼ਿੰਗ। Apparel export merchandising may be defined as all the planning and activities involved right from the
buyer communication and order receiving till the execution or shipment of order by fulfilling the following factors। सानू जेडे मतलब apparel export merchandising दे विच की हुंदा है कि ਇਹ ਉਹ ਮਰਚੈਂਡਾਈਜ਼ਰ ਹੁੰਦੇ ਆ ਜਿਹਨੂੰ ਸਾਰੀ ਯੋਜਨਾ ਤਿਆਰ ਕਰਨ ਵੱਲੋਂ ਪਰਿਭਾਸ਼ਿਤ ਅਸੀਂ ਕਰ ਸਕਦੇ ਹਾਂ, ਜਿਸ ਦਾ ਕੰਮ ਬਾਇਰ ਦੇ ਨਾਲ ਗੱਲਬਾਤ ਕਰਨਾ, ਉਸ ਤੋਂ ਬਾਅਦ ਆਰਡਰ ਰਿਸੀਵ ਕਰਨਾ ਅਤੇ ਉਸ ਨੂੰ ਤਿਆਰ ਕਰਕੇ ਫਾਈਨਲ ਬਾਇਰ ਤੱਕ ਉਸ ਦੀ ਸ਼ਿਪਮੈਂਟ ਜਾਂ ਟਰਾਂਸਪੋਰਟੇਸ਼ਨ ਕਰਨਾ। ਉਸ ਨੂੰ ਪੂਰਾ ਕਰਨ ਲਈ ਹੇਠਲੇ 6 ਫੈਕਟਰ ਆਉਂਦੇ ਨੇ, ਜਿਸ ਤਰ੍ਹਾਂ ਕਿ ਰਾਈਟ ਮਰਚੈਂਡਾਈਜ਼, ਰਾਈਟ ਪਲੇਸ, ਰਾਈਟ ਟਾਈਮ, ਰਾਈਟ ਕੁਆਂਟੀਟੀ, ਰਾਈਟ ਪ੍ਰਾਈਸ, ਰਾਈਟ ਪ੍ਰਮੋਸ਼ਨ। ਹੁਣ ਰਾਈਟ ਮਰਚੈਂਡਾਈਜ਼ ਦੇ ਵਿੱਚ ਕੀ ਹੁੰਦਾ ਹੈ, ਕਸਟਮਰ ਦੀ ਇੱਛਾ ਅਨੁਸਾਰ ਪ੍ਰੋਡਕਟ ਉਪਲਬਧ ਕਰਵਾਉਣਾ, ਰਾਈਟ ਪਲੇਸ ਸਹੀ ਜਗ੍ਹਾ ਤੇ ਪ੍ਰੋਡਕਟ ਨੂੰ ਅਲਟੀਮੇਟ ਕੰਜ਼ਿਊਮਰ ਤੱਕ ਪਹੁੰਚਾਉਣਾ, ਰਾਈਟ ਟਾਈਮ ਕੁਝ ਪ੍ਰੋਡਕਟ ਸੀਜ਼ਨਲ ਹੁੰਦੇ ਨੇ ਇਸ ਕਰਕੇ ਉਹਨੂੰ ਸਟਾਕ ਕਰਕੇ ਰੱਖਣਾ ਤਾਂ ਕਿ ਜ਼ਰੂਰਤ ਵੇਲੇ ਕਸਟਮਰ ਦੀ ਰਿਕੁਆਇਰਮੈਂਟ ਨੂੰ ਪੂਰਾ ਕੀਤਾ ਜਾ ਸਕੇ, ਰਾਈਟ ਪ੍ਰਾਈਸ ਉਹਨਾਂ ਦਾ ਦਾਮ ਸਹੀ ਰੱਖਣਾ ਤਾਂ ਕਿ ਉਹਦੇ ਵਿੱਚ ਪ੍ਰੋਫਿਟ ਵੀ ਸਾਡੇ ਆ ਜਾਣ, ਰਾਈਟ ਪ੍ਰਮੋਸ਼ਨ ਟੈਕਨੀਕਸ, ਐਡਵਰਟਾਈਜ਼ਮੈਂਟ ਟੈਕਨੀਕਸ ਨੂੰ ਯੂਜ਼ ਕਰਨਾ ਤਾਂ ਕਿ ਸਾਡਾ ਪ੍ਰੋਡਕਟ ਜਿਹੜਾ ਵਾ ਸਭ ਕਿਤੇ ਫੈਲ ਜਾਏ, ਉਹਦੀ ਡਿਮਾਂਡ ਫੈਲ ਜਾਏ ਤੇ ਉਹਦੇ ਅਲਟੀਮੇਟਲੀ ਸਾਡੀ ਸੇਲ ਜਿਹੜੀ ਉਹਦੀ ਵੱਧ ਜਾਏ ਤੇ ਸਾਨੂੰ ਵੱਧ ਤੋਂ ਵੱਧ ਪ੍ਰੋਫਿਟ ਹੋਵੇ। ਨੈਕਸਟ, ਹੁਣ ਅਪੈਰਲ ਐਕਸਪੋਰਟ ਮਰਚੈਂਡਾਈਜ਼ਰ ਦੇ ਰੋਲ ਕੀ ਹੈ। ਹੁਣ ਇਹ ਜਿਹੜਾ ਪਰਸਨ ਹੁੰਦਾ ਹੈ ਇਹਦੇ ਕੀ ਰੋਲ ਨੇ। ਸਭ ਤੋਂ ਪਹਿਲਾ ਦਾ ਰੋਲ ਹੈ ਕਮਿਊਨੀਕੇਸ਼ਨ ਦਾ। ਕਮਿਊਨੀਕੇਸ਼ਨ ਸਭ ਨੂੰ ਪਤਾ ਹੈ ਕਿ ਗੱਲਬਾਤ ਕਰਨਾ। ਮਰਚੈਂਡਾਈਜ਼ਰ ਨੂੰ ਅਲੱਗ-ਅਲੱਗ ਲੈਵਲਸ ਤੇ ਲੋਕਾਂ ਦੇ ਨਾਲ ਕਮਿਊਨੀਕੇਟ ਕਰਨਾ ਪੈਂਦਾ ਹੈ ਕਿਉਂਕਿ ਉਹ ਇੱਕ ਇਹੋ ਜਿਹਾ ਪਰਸਨ ਹੁੰਦਾ ਹੈ ਜਿਹੜਾ ਬਾਇਰ ਨਾਲ ਕੰਟੈਕਟ ਕਰਦਾ ਹੈ, ਬਾਇਰ ਨਾਲ ਗੱਲ ਕਰਦਾ ਹੈ, ਬਾਇਰ ਦੀਆਂ ਨੀਡਸ ਨੂੰ ਸੁਣਦਾ ਹੈ, ਉਹੀ ਨੀਡਸ ਨੂੰ ਅੱਗੇ ਪਹੁੰਚਾਉਂਦਾ ਹੈ ਤਾਂ ਕਿ ਪ੍ਰੋਡਕਟ ਜਿਹੜਾ ਵਧੀਆ ਬਣ ਸਕੇ। ਪਲੈਨਿੰਗ ਐਂਡ ਪ੍ਰੋਗਰਾਮਿੰਗ, ਮਰਚੈਂਡਾਈਜ਼ਿੰਗ ਨੂੰ ਆਰਡਰ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਆਰਡਰ ਲਈ ਪਲਾਨ, ਅਲੱਗ-ਅਲੱਗ ਐਕਟੀਵਿਟੀਜ਼ ਦੀ ਪ੍ਰੋਗਰਾਮਿੰਗ ਲਈ ਆਪਣੇ ਅੰਡਰ ਕੰਮ ਕਰਨ ਵਾਲਿਆਂ ਦੇ ਨਾਲ ਜਿਹੜਾ ਵੈ ਪ੍ਰੋਗਰਾਮਿੰਗ ਕਰਨੀ ਪੈਂਦੀ ਹੈ, ਉਹਨਾਂ ਨੂੰ ਕੰਮ ਅਸਾਈਨ ਕਰਨਾ ਪੈਂਦਾ ਹੈ। ਇਹ ਕੰਮ ਜਿਹੜਾ ਵੈ ਅਪੈਰਲ ਐਕਸਪੋਰਟ ਮਰਚੈਂਡਾਈਜ਼ਰ ਦਾ ਹੁੰਦਾ ਹੈ। ਫੋਲੋ-ਅਪਸ ਇਸ ਵਿੱਚ ਬਾਇਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਹੀ ਸੈਂਪਲ ਤਿਆਰ ਕਰਾਉਣਾ ਅਤੇ ਉਸਨੂੰ ਬਾਇਰ ਵੱਲ ਰੀਚੈਕਿੰਗ ਲਈ ਭੇਜਣਾ, ਇਹ ਵੀ ਜਿਹੜਾ ਕੰਮ ਐਕਸਪੋਰਟ ਮਰਚੈਂਡਾਈਜ਼ਰ ਦਾ ਹੁੰਦਾ ਹੈ। ਡਿਸੀਜਨ ਮੇਕਿੰਗ, ਆਰਡਰਸ ਨੂੰ ਫੁਲਫਿਲ ਕਰਨ ਲਈ ਮਰਚੈਂਡਾਈਜ਼ਰ ਨੂੰ ਕੱਚੇ ਮਾਲ ਸੰਬੰਧੀ ਰੰਗ, ਡਿਜ਼ਾਈਨ, ਐਕਸੈਸਰੀਜ਼, ਉਹਦੀ ਸਪਲਾਈ ਕਿੱਥੋਂ ਲੈਣੀ ਹੈ, ਕਿੱਥੋਂ ਮਾਲ ਖਰੀਦਣਾ ਹੈ ਕੱਚਾ, ਇਹ ਸਾਰੇ ਡਿਸੀਜਨ ਖੁਦ ਲੈਣੇ ਪੈਂਦੇ ਨੇ। ਸੋਰਸਿੰਗ ਐਂਡ ਪਰਚੇਜ਼ਿੰਗ, ਕਿਸ ਜਗ੍ਹਾ ਤੋਂ ਕੱਚਾ ਮਾਲ ਖਰੀਦਣਾ ਹੈ, ਇਹ ਵੀ ਜਿਹੜਾ ਵੈ ਮਰਚੈਂਡਾਈਜ਼ਰ ਦਾ ਕੰਮ ਹੁੰਦਾ ਹੈ। ਕੰਟਰੋਲਿੰਗ ਐਂਡ ਕੋਆਰਡੀਨੇਸ਼ਨ, ਇਹ ਮਰਚੈਂਡਾਈਜ਼ਿੰਗ ਦਾ ਮਹੱਤਵਪੂਰਨ ਕੰਮ ਹੈ ਜਿਸ ਵਿੱਚ ਉਸਨੂੰ ਪ੍ਰੋਡਕਟ ਬਣਾਉਣ ਵਿੱਚ ਲੱਗੀਆਂ ਸਾਰੀਆਂ ਗਤੀਵਿਧੀਆਂ ਤੇ ਧਿਆਨ ਦੇਣਾ ਪੈਂਦਾ ਹੈ ਤਾਂ ਕਿ ਉਹ ਕੰਮ ਸਹੀ ਹੋ ਰਿਹਾ ਹੈ ਕਿ ਨਹੀਂ, ਜਿਹੜਾ ਪ੍ਰੋਡਕਸ਼ਨ ਹੈ ਉਹ ਚੰਗੀ ਠੀਕ ਤਰ੍ਹਾਂ ਹੋ ਰਹੀ ਹੈ ਕਿ ਨਹੀਂ, ਇਹ ਸਾਰਾ ਕੰਟਰੋਲ ਉਹਨੂੰ ਕਰਨਾ ਪੈਂਦਾ ਹੈ। ਕੋਆਰਡੀਨੇਸ਼ਨ, ਜਿਵੇਂ ਕਿ ਅਲੱਗ-ਅਲੱਗ ਡਿਪਾਰਟਮੈਂਟ ਇੱਕ ਪ੍ਰੋਡਕਟ ਬਣਾਉਣ ਨੂੰ ਲੱਗਦੇ ਨੇ ਤੇ ਇਸ ਕਰਕੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੋਆਰਡੀਨੇਸ਼ਨ ਪੈਦਾ ਕਰਨਾ ਵੀ ਇੱਕ ਐਕਸਪੋਰਟ ਮਰਚੈਂਡਾਈਜ਼ਰ ਦਾ ਕੰਮ ਹੈ। ਉਸ ਤੋਂ ਬਾਅਦ ਹੈ ਨੈਗੋਸ਼ੀਏਸ਼ਨ ਜਿਹੜੀ ਹੁੰਦੀ ਹੈ ਇਸ ਵਿੱਚ ਦੋ ਪਾਰਟੀਆਂ ਵਿੱਚ ਹੁੰਦੀ ਹੈ, ਜਿਸ ਤਰ੍ਹਾਂ ਬਾਇਰ ਤੇ ਜਿਹੜਾ ਐਕਸਪੋਰਟ ਮਰਚੈਂਡਾਈਜ਼ਰ ਹੈ ਉਹਦੇ ਵਿੱਚ ਹੋਏਗੀ। ਇਹ ਦੋ ਪਾਰਟੀਆਂ ਦੇ ਵਿੱਚ ਹੁੰਦੀ ਹੈ, ਇੱਕ ਦੂਜੇ ਨੂੰ ਸੈਟੀਸਫਾਈ ਕਰਨ ਲਈ ਪ੍ਰੋਪਰ ਨੈਗੋਸ਼ੀਏਸ਼ਨ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਕੀ ਹੁੰਦਾ ਹੈ ਕਈ ਵਾਰ ਇਹ ਵੀ ਫੈਸਲਾ ਲਿਆ ਜਾਂਦਾ ਹੈ, ਕੰਪਰੋਮਾਈਜ਼ ਕੀਤਾ ਜਾਂਦਾ ਹੈ ਜਿਹਦੇ ਵਿੱਚ ਅਸੀਂ ਰੇਟ ਦਾ ਅੱਗੇ ਪਿੱਛੇ ਲੈਣੇ ਕਿ ਇੰਨਾ ਰੇਟ ਲੈਣਾ ਹੈ, ਉਹ ਕਹਿੰਦਾ ਕਿ ਮੈਂ ਇੰਨਾ ਰੇਟ ਦੇਣਾ ਹੈ, ਮਤਲਬ ਉਹਦੇ ਵਿੱਚ ਨੈਗੋਸ਼ੀਏਸ਼ਨ ਕੀਤੀ ਜਾਂਦੀ ਹੈ। ਕਾਸਟਿੰਗ ਇਹ ਵੀ ਮਰਚੈਂਡਾਈਜ਼ਰ ਦਾ ਮਹੱਤਵਪੂਰਨ ਕੰਮ ਹੈ ਜਿਸ ਵਿੱਚ ਬਾਇਰ ਦੀ ਰਿਕੁਆਇਰਮੈਂਟ ਕਾਸਟ ਦੇ ਅੰਦਰ ਪ੍ਰੋਡਕਟ ਨੂੰ ਤਿਆਰ ਕਰਨ ਦੀ ਹੁੰਦੀ ਹੈ। ਇਸ ਕਰਕੇ ਮਰਚੈਂਡਾਈਜ਼ਰ ਨੂੰ ਵਰਤੇ ਜਾਣ ਵਾਲੇ ਕੱਚੇ ਮਾਲ ਅਤੇ ਦੂਸਰੇ ਪ੍ਰੋਡਕਟਸ ਦੇ ਰੇਟਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਮੀਟਿੰਗ ਜਿਹੜੀ ਹੁੰਦੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਬਾਰ ਨਾਲ ਮੀਟਿੰਗ ਹੁੰਦੀ ਹੈ ਜਦੋਂ ਪ੍ਰੋਡਕਟ ਸਪੈਸੀਫਿਕੇਸ਼ਨ ਉਹ ਦੱਸਦਾ ਹੈ, ਬਾਇਰ ਜਦੋਂ ਮਰਚੈਂਡਾਈਜ਼ਰ ਨੂੰ ਦੱਸਦਾ ਹੈ ਕਿ ਉਹਨੂੰ ਕੀ ਚਾਹੀਦਾ ਹੈ। ਉਸ ਤੋਂ ਬਾਅਦ ਉਹਦੀ ਸਪੈਸੀਫਿਕੇਸ਼ਨ ਦੇ ਅਕੋਰਡਿੰਗਲੀ ਉਹ ਸੈਂਪਲ ਤਿਆਰ ਕਰਦਾ ਹੈ ਤੇ ਉਹਦੇ ਨਾਲ ਸੈਂਪਲ ਤਿਆਰ ਕਰਨ ਤੋਂ ਬਾਅਦ ਉਹਨੂੰ ਦੁਬਾਰਾ ਤੋਂ ਮੀਟਿੰਗ ਹੁੰਦੀ ਹੈ ਉਹਦੀ ਬਾਇਰ ਦੇ ਨਾਲ ਤਾਂ ਕਿ ਅਗਲੀ ਪ੍ਰੋਡਕਸ਼ਨ ਹੋ ਸਕੇ ਤੇ ਸੈਂਪਲ ਅਪਰੂਵ ਕਰਾਉਂਦਾ ਹੈ। ਫੋਰਕਾਸਟਿੰਗ ਤੋਂ ਪਹਿਲੇ ਤੋਂ ਹੀ ਟ੍ਰੈਂਡਸ ਬਾਰੇ ਦੱਸਣਾ ਮਰਚੈਂਡਾਈਜ਼ਰ ਦਾ ਮਹੱਤਵਪੂਰਨ ਕੰਮ ਹੁੰਦਾ ਹੈ। ਇਹ ਸੀ ਅਪੈਰਲ ਐਕਸਪੋਰਟ ਮਰਚੈਂਡਾਈਜ਼ਰ ਦੇ ਰੋਲਸ ਤੇ ਰਿਸਪੌਂਸਿਬਿਲਿਟੀਜ਼। ਹੁਣ ਅਸੀਂ ਕਰ ਰਹੇ ਹਾਂ ਅਪੈਰਲ ਰਿਟੇਲ ਮਰਚੈਂਡਾਈਜ਼ਰ ਕੀ ਹੁੰਦਾ ਹੈ।
The word retailer is organized from the French word retailer, which means to cut again. Retail business involves cutting off a smaller part from a big or a large good or product and selling it to the end users. Retail merchandise ਦੇ ਵਿੱਚ ਕੀ ਹੈ? Retail merchandise शब्द प्रचून विक्रेता फ्रेंच शब्द ਤੋਂ ਬਣਿਆ ਹੈ, ਜਿਸ ਨੂੰ ਰਿਟੇਲਰ ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ ਦੁਬਾਰਾ ਕੱਟਣਾ। ਰਿਟੇਲ ਵਪਾਰ ਵਿੱਚ ਫੈਸ਼ਨ ਗੁੱਡਸ ਵੱਡੇ ਅਤੇ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਤਾਂ ਕਿ ਉਹ ਪ੍ਰੋਡਕਟ ਅਲਟੀਮੇਟ ਕੰਜ਼ਿਊਮਰਸ ਤੱਕ ਪਹੁੰਚਾਇਆ ਜਾ ਸਕੇ। Retail merchandising involves all the activities relating to the direct selling of consumers or users of the product for personal and non-business purpose. Retail merchandising ਦੇ ਵਿੱਚ ਸਾਰੀਆਂ ਗਤੀਵਿਧੀਆਂ ਆ ਜਾਂਦੀਆਂ ਹਨ ਜਿਨ੍ਹਾਂ ਦਾ ਮੂਲ ਉਦੇਸ਼ ਕਸਟਮਰ ਦੇ ਸਮਾਨ ਪਹੁੰਚਾਉਣਾ ਹੁੰਦਾ ਹੈ। Retail merchandiser sells products in less quantities and they act as an intermediator between the ultimate consumers and the wholesalers. Retail merchandiser ਦੇ ਵਿੱਚ ਪ੍ਰੋਡਕਟ ਨੂੰ ਛੋਟੇ ਕੁਆਂਟੀਟੀਜ਼ ਵਿੱਚ ਵੇਚਿਆ ਜਾਂਦਾ ਹੈ ਅਤੇ ਇਹ ਹੋਲਸੇਲ ਅਤੇ ਕੰਜ਼ਿਊਮਰਸ ਦੇ ਵਿੱਚ ਇੱਕ ਮੀਡੀਏਟਰ ਦਾ ਕੰਮ ਕਰਦਾ ਹੈ। A retailer is both marketer and a customer and he creates place, time and facilities to sell the goods. It is difficult, time consuming and expensive, hence the retailer takes risk through ownership. ਇੱਕ ਪ੍ਰਚੂਨ ਵਿਕਰੇਤਾ ਦੋਵੇਂ ਇੱਕ ਮਾਰਕੀਟਰ ਅਤੇ ਇੱਕ ਗਾਹਕ ਦਾ ਕੰਮ ਕਰਦਾ ਹੈ ਅਤੇ ਉਹ ਚੀਜ਼ਾਂ ਨੂੰ ਵੇਚਣ ਲਈ ਜਗ੍ਹਾ, ਸਮਾਂ, ਸਹੂਲਤਾਂ ਬਣਾਉਂਦਾ ਹੈ। ਇਹ ਮੁਸ਼ਕਲ, ਜ਼ਿਆਦਾ ਸਮਾਂ ਖਰਚਣ ਵਾਲਾ ਅਤੇ ਬੜਾ ਹੀ ਮਹਿੰਗਾ ਕੰਮ ਹੁੰਦਾ ਹੈ ਤੇ ਇਸ ਲਈ ਰਿਟੇਲਰ ਮਰਚੈਂਡਾਈਜ਼ਰ ਨੂੰ ਬੜੇ ਹੀ ਜੋਖਿਮ ਉਠਾਉਣੇ ਪੈਂਦੇ ਨੇ। ਨੈਕਸਟ, roles of apparel retail merchandiser. Apparel retail merchandiser ਦੇ ਕੀ roles ਨੇ, ਕੀ ਉਹਦੇ ਫੈਸ਼ਨ ਬਿਜ਼ਨਸ ਦੇ ਵਿੱਚ roles ਨੇ, ਕਿਉਂਕਿ ਇਹ ਸਾਰੇ ਜਿੰਨੇ ਵੀ ਮਰਚੈਂਡਾਈਜ਼ਰ ਅਸੀਂ ਡਿਸਕਸ ਕਰਦੇ ਪਏ ਹਾਂ ਇਹ ਇੱਕ ਦੂਜੇ ਨਾਲ ਕੋਰਿਲੇਟ ਹੁੰਦੇ ਨੇ ਤੇ ਇਕੱਠਾ ਮਿਲ ਕੇ ਕੰਮ ਕਰਦੇ। ਹਾਂਜੀ, ਸਭ ਤੋਂ ਪਹਿਲਾ ਜਿਹੜਾ ਹੈ ਪੁਆਇੰਟ ਸਟੋਰਸ ਫੈਸ਼ਨ ਇਮੇਜ। ਇਹਦੇ ਵਿੱਚ ਕੀ ਹੁੰਦਾ ਹੈ, ਰਿਟੇਲ ਮਰਚੈਂਡਾਈਜ਼ ਨੂੰ ਆਪਣੀ ਇਮੇਜ ਕੰਜ਼ਿਊਮਰ ਵਿੱਚ ਚੰਗੀ ਬਣਾ ਕੇ ਰੱਖਣੀ ਚਾਹੀਦੀ ਹੈ। ਜੋ ਉਹ ਸਮੇਂ ਤੇ ਅਤੇ ਸਹੀ ਪ੍ਰੋਡਕਟਸ ਨੂੰ ਕੰਜ਼ਿਊਮਰ ਤੱਕ ਪਹੁੰਚਾਉਂਦਾ ਹੈ ਤਾਂ ਉਸਦੀ ਇਮੇਜ ਕਸਟਮਰ ਦੇ ਵਿੱਚ ਚੰਗੀ ਬਣ ਜਾਂਦੀ ਹੈ, ਜਿਸ ਦਾ ਪ੍ਰਭਾਵ ਜ਼ਿਆਦਾ ਤੋਂ ਜ਼ਿਆਦਾ ਸੇਲ ਉੱਪਰ ਪੈਂਦਾ ਹੈ। ਨੈਕਸਟ ਹੈ ਮਰਚੈਂਡਾਈਜ਼ਿੰਗ ਪਾਲਿਸੀਜ਼। ਹੁਣ ਮਰਚੈਂਡਾਈਜ਼ਿੰਗ ਕਿਹੜੀਆਂ ਪਾਲਿਸੀਜ਼ ਜਿਹੜੀਆਂ ਉਹਨੂੰ ਅਪਣਾਉਣੀਆਂ ਪੈਂਦੀਆਂ ਨੇ। ਸਟੋਰ ਲਈ ਫੈਸ਼ਨ ਦਾ ਮਾਲ ਖਰੀਦਣਾ ਕੋਈ ਸੌਖਾ ਕੰਮ ਨਹੀਂ ਹੈ, ਇਸ ਲਈ ਬਜਟ ਵਪਾਰ ਦੇ ਚੋਣ, ਸਪਲਾਇਰ ਦੀ ਚੋਣ ਬਾਰੇ ਯੋਜਨਾ ਬਣਾਉਣੀ ਪੈਂਦੀ ਹੈ। ਇਹ ਵੀ ਜਿਹੜਾ ਵਾ ਅਪੈਰਲ ਰਿਟੇਲ ਮਰਚੈਂਡਾਈਜ਼ਰ ਦਾ ਕੰਮ ਹੈ। ਰਿਸੀਵਿੰਗ ਐਂਡ ਸਟਾਕਿੰਗ, ਸਪਲਾਇਰ ਦੁਆਰਾ ਭੇਜੀਆਂ ਗਈਆਂ ਗੁੱਡਸ ਨੂੰ ਦੀਆਂ ਕੁਆਂਟੀਟੀ ਨੂੰ ਚੈੱਕ ਕਰਦਾ ਹੈ। ਜਦੋਂ ਸ਼ਿਪਮੈਂਟ ਆਉਂਦੀ ਹੈ, ਜਦੋਂ ਗਾਰਮੈਂਟ ਜਾਂ ਕੋਈ ਪ੍ਰੋਡਕਟ ਬਣ ਕੇ ਆਉਂਦਾ ਹੈ ਤੇ ਉਹਦੀ ਕੁਆਂਟੀਟੀ ਨੂੰ ਚੈੱਕ ਕੀਤਾ ਜਾਂਦਾ ਹੈ, ਫਿਰ ਉਸਨੂੰ ਪ੍ਰਾਈਸ ਟੈਗ ਲਗਾਏ ਜਾਂਦੇ ਹੈ ਤੇ ਫਿਰ ਸਟੋਰ ਵਿੱਚ ਵੇਚਣ ਲਈ ਰੱਖ ਦਿੱਤਾ ਜਾਂਦਾ ਹੈ। ਡਿਸਪਲੇ, ਨੈਕਸਟ ਕੰਮ ਜਿਹੜਾ ਹੁੰਦਾ ਵੈ ਉਹ ਹੁੰਦਾ ਹੈ ਡਿਸਪਲੇ। ਡਿਸਪਲੇ ਇੱਕ ਮਰਚੈਂਡਾਈਜ਼ ਦਾ ਡਿਸਪਲੇ ਸੇਲ ਦਾ ਮਹੱਤਵਪੂਰਨ ਕਾਰਕ ਹੈ, ਇਸ ਲਈ ਚੰਗਾ ਡਿਸਪਲੇ ਕੀਤਾ ਹੋਇਆ ਪ੍ਰੋਡਕਟ ਚੰਗੀ ਸੇਲ ਦਾ ਕਾਰਨ ਬਣਦਾ ਹੈ। ਸੇਲਸ ਪ੍ਰਮੋਸ਼ਨ, ਸੇਲਸ ਪ੍ਰਮੋਸ਼ਨ ਟੈਕਨੀਕਸ, ਜਿੱਦਾਂ ਸੇਲਸ ਨੂੰ ਵਧਾਉਣ ਲਈ ਜਿਹੜੀਆਂ ਟੈਕਨੀਕਸ ਯੂਜ਼ ਕੀਤੀਆਂ ਜਾਂਦੀਆਂ ਜਿਸ ਤਰ੍ਹਾਂ ਐਡਵਰਟਾਈਜ਼ਮੈਂਟ, ਪਬਲਿਸਿਟੀ ਕਰਨਾ, ਵਿਜ਼ੂਅਲ ਡਿਸਪਲੇ, ਫੈਸ਼ਨ ਸ਼ੋ ਕਰਨਾ, ਇਹ ਸਾਰੇ ਸੇਲਸ ਨੂੰ ਵਧਾਉਣ ਲਈ ਯੂਜ਼ ਕੀਤੇ ਜਾਂਦੇ ਹੈ। ਇਸ ਲਈ ਮਰਚੈਂਡਾਈਜ਼ਰ ਦਾ ਇਹ ਵੀ ਕੰਮ ਹੁੰਦਾ ਹੈ ਕਿ ਵੱਧ ਤੋਂ ਵੱਧ ਸੇਲ ਕ੍ਰੀਏਟ ਕਰਨ ਵਾਸਤੇ ਉਹਦੀ ਪ੍ਰਮੋਸ਼ਨ ਕੀਤੀ ਜਾਏ। ਕਸਟਮਰ ਸਰਵਿਸਿਜ਼, ਡੋਰ ਟੂ ਡੋਰ ਫੈਸਿਲਿਟੀ ਜਿਹੜੀ ਅੱਜ ਕੱਲ੍ਹ ਬਹੁਤ ਇਨ ਹੈ ਉਹ ਕਸਟਮਰਸ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਹੋਰ ਸਹੂਲਤਾਂ ਕਸਟਮਰਸ ਨੂੰ ਦਿੱਤੀਆਂ ਜਾਂਦੀਆਂ ਤਾਂ ਕਿ ਉਹਨਾਂ ਦੀ ਸੇਲ ਜਿਹੜੀ ਹੈ ਇਨਕਰੀਜ਼ ਹੋ ਸਕੇ, ਉਹਨਾਂ ਦੀ ਡਿਮਾਂਡ ਜਿਹੜੀ ਹੈ ਗਾਰਮੈਂਟਸ ਦੀ ਜਾਂ ਗੁੱਡਸ ਦੀ ਵੱਧ ਜਾਵੇ। ਇਹ ਸੀ ਸਾਡਾ ਅਪੈਰਲ ਡਿਟੇਲ ਮਰਚੈਂਡਾਈਜ਼ਰ। ਨੈਕਸਟ, ਵਿਜ਼ੂਅਲ ਮਰਚੈਂਡਾਈਜ਼ਰ। ਹੁਣ ਵਿਜ਼ੂਅਲ ਮਰਚੈਂਡਾਈਜ਼ਰ ਕੀ ਹੁੰਦਾ ਹੈ? Every customer wants to see the product before they do purchase. ਹਰ ਗ੍ਰਾਹਕ ਖਰੀਦਣ ਤੋਂ ਪਹਿਲਾਂ ਉਤਪਾਦ ਨੂੰ ਵੇਖਣਾ ਚਾਹੁੰਦਾ ਹੈ। A store must display the products what it has for sales. ਇੱਕ ਸਟੋਰ ਨੂੰ ਉਹੀ ਪ੍ਰੋਡਕਟਸ ਪ੍ਰਦਰਸ਼ਨ ਕਰਨੇ ਚਾਹੀਦੇ ਨੇ ਜਿਹੜੇ ਉਹ ਵੱਧ ਤੋਂ ਵੱਧ ਸੇਲ ਕਰਨਾ ਚਾਹੁੰਦਾ ਹੈ। And the display should be done in a way so that it should attract the customer. ਅਤੇ ਜਿਹੜਾ ਡਿਸਪਲੇ ਕੀਤਾ ਜਾ ਰਿਹਾ ਹੈ, ਜਿਹੜਾ ਦਿਖਾਇਆ ਜਾ ਰਿਹਾ ਹੈ ਕਸਟਮਰ ਨੂੰ, ਅਸੀਂ ਦੇਖਦੇ ਹਾਂ ਕਿ ਕਿਸੇ ਜਿਹੜੀਆਂ ਰਿਟੇਲ ਸ਼ਾਪਸ ਹੁੰਦੀਆਂ ਉਹਨਾਂ ਨੇ ਇੱਕ ਸ਼ੀਸ਼ੇ ਦਾ
ਬਲੌਕ ਰੈਡੀ ਕੀਤਾ ਹੁੰਦਾ ਜਿੱਥੇ ਗਾਰਮੈਂਟਸ ਨੂੰ ਬਹੁਤ ਸੋਹਣੀ ਤਰ੍ਹਾਂ ਡਿਸਪਲੇ ਕੀਤਾ ਹੁੰਦਾ ਹੈ। ਐਸ ਕਰਕੇ ਡਿਸਪਲੇ ਕੀਤਾ ਹੁੰਦਾ ਹੈ ਤਾਂ ਕਿ ਜਿਹੜੇ ਕਸਟਮਰਸ ਨੇ ਆਉਂਦੇ ਜਾਂਦੇ ਉਹਨੂੰ ਦੇਖਣ ਤੇ ਉਹ ਤੋਂ ਆਕਰਸ਼ਿਤ ਹੋ ਜਾਣ ਤੇ ਉਹਨੂੰ ਸੇਲ ਖਰੀਦਣ ਵਾਸਤੇ ਤਿਆਰ ਹੋ ਜਾਣ। Visual merchandising is an art of displaying the things in an attractive way. Visual merchandising ਜਿਹੜੀ ਹੈ ਇੱਕ ਕਲਾ ਹੈ ਕਿ ਉਹਨੂੰ ਡਿਸਪਲੇ ਕਰਨ ਵਾਸਤੇ ਕਿ ਅਸੀਂ ਜਿਹੜੀਆਂ ਵਸਤੂਆਂ ਨੇ ਜਾਂ ਕੋਈ ਗਾਰਮੈਂਟਸ ਹੈ ਉਹਨੂੰ ਇੱਕ ਬਹੁਤ ਹੀ ਆਕਰਸ਼ਿਤ ਵੇ ਨਾਲ ਜਿਹੜੀ ਅਸੀਂ ਡਿਸਪਲੇ ਕਰਦੇ ਹਾਂ ਉਹ ਇੱਕ ਤਰ੍ਹਾਂ ਦੀ ਕਲਾ ਹੈ। So that it could attract the attention of customers and persuade them to buy the product ਤਾਂ ਕਿ ਕਸਟਮਰ ਜਿਹੜੇ ਹੈ ਉਹਦੇ ਤੋਂ ਅਟੈਂਸ਼ਨ ਲੈਣ, ਉਹਦੇ ਤੋਂ ਅਟਰੈਕਟ ਹੋ ਜਾਣ ਤੇ ਉਸ ਤੋਂ ਬਾਅਦ ਉਹ ਮਜਬੂਰ ਹੋ ਜਾਣ ਪ੍ਰੋਡਕਟ ਨੂੰ ਪਰਚੇਸ ਕਰਨ ਵਾਸਤੇ ਕਿਉਂਕਿ ਸਾਡਾ ਜਿਹੜਾ ਵਿਜ਼ੂਅਲ ਡਿਸਪਲੇ ਹੈ ਜਿਹੜਾ ਅਸੀਂ ਡਿਸਪਲੇ ਕੀਤਾ ਹੈ ਉਹ ਬਹੁਤ ਵਧੀਆ ਹੋਵੇ। ਵਿਜ਼ੂਅਲ ਸਟੇਟਮੈਂਟਸ made in the store windows are the customer's first view with the store. Visual statement ਜਿਹੜੀ ਅਸੀਂ ਵਿਜ਼ੂਅਲ ਜਿਹੜਾ ਇੱਕ ਅਸੀਂ ਆਪਣੀ ਐਡਵਰਟਾਈਜ਼ਮੈਂਟ ਕਰਨ ਵਾਸਤੇ ਜਿਹੜਾ ਵਿੰਡੋ ਡਿਸਪਲੇ ਕੀਤਾ ਸਟੋਰ ਦੇ ਵਿੱਚ ਉਹ ਪਹਿਲੀ ਦਿੱਖ ਹੁੰਦੀ ਹੈ, ਪਹਿਲੇ ਹੀ ਇੱਕ ਟੈਨਸ਼ਨ ਹੁੰਦੀ ਹੈ ਕਸਟਮਰਸ ਦੀ ਜਿਸ ਤੋਂ ਪ੍ਰਭਾਵਿਤ ਹੋ ਕੇ ਸੇਲ ਉਹਨਾਂ ਦੀ ਇਨਕਰੀਜ਼ ਹੋ ਜਾਂਦੀ ਹੈ ਤੇ ਉਹਨਾਂ ਨੂੰ ਅਟਰੈਕਸ਼ਨ ਮਿਲ ਜਾਂਦੀ ਹੈ ਤੇ ਕਸਟਮਰਸ ਜਿਹੜੇ ਹੈ ਵੱਧ ਤੋਂ ਵੱਧ ਉਹਨੂੰ ਲੈਣ ਵਾਸਤੇ ਤਿਆਰ ਹੋ ਜਾਂਦੇ ਨੇ। ਨੈਕਸਟ roles of apparel visual merchandiser। ਹੁਣ apparel visual merchandiser ਦੇ roles ਕੀ ਨੇ? ਸਭ ਤੋਂ ਪਹਿਲਾ ਰੋਲ ਜਿਹੜਾ ਹੁੰਦਾ ਵੈ ਉਹ ਹੈ planning a merchandise theme। ਹੁਣ ਜਿਹੜਾ ਵੀ ਪ੍ਰੋਡਕਟ ਅਸੀਂ ਯੂਜ਼ ਕਰ ਰਹੇ ਹਾਂ ਜਿਹੜਾ ਅਸੀਂ ਹੁਣ ਵਿਜ਼ੂਅਲ ਮਰਚੈਂਡਾਈਜ਼ਰ ਹੁੰਦਾ ਹੈ ਕਿ ਆਪਣਾ ਪ੍ਰੋਡਕਟ ਨੂੰ ਦਿਖਾਣਾ ਕਿੱਦਾਂ ਦਾ ਦਿਖਾਣਾ ਹੈ ਉਹ ਕਿੱਤੇ ਡਿਪੈਂਡ ਕਰਦਾ ਹੈ ਥੀਮਸ ਤੇ। ਥੀਮਸ ਅਲੱਗ-ਅਲੱਗ ਹੋ ਸਕਦੀਆਂ ਜਿਸ ਤਰ੍ਹਾਂ ਹੁਣ ਕ੍ਰਿਸਮਸ ਦਾ ਸੀਜ਼ਨ ਆ ਗਿਆ ਹੈ, ਕ੍ਰਿਸਮਸ ਆ ਗਈ ਹੈ ਤੇ ਤੁਸੀਂ ਦੇਖਿਆ ਹੋਏਗਾ ਵੱਡੇ ਵੱਡੇ ਮਾਲਸ ਦੇ ਵਿੱਚ ਬੈਕਗ੍ਰਾਉਂਡ ਵਾਈਟ ਕਲਰ ਦੀ ਕੀਤੀ ਹੁੰਦੀ ਹੈ ਤੇ ਜਿਹੜੀਆਂ ਮਾਡਲਸ ਉੱਥੇ ਮੈਨੀਕੁਇਨਸ ਹੁੰਦੀਆਂ ਉਹਨਾਂ ਨੂੰ ਰੈੱਡ ਕਲਰ ਦੇ ਕੱਪੜੇ ਪਹਿਨਾਏ ਹੁੰਦੇ ਆ। ਸੋ ਥੀਮ ਨੂੰ ਡਿਸਾਈਡ ਕਰਨਾ ਵੀ ਕਿਹੋ ਜਿਹਾ ਟਾਈਮ ਚੱਲ ਰਿਹਾ ਹੈ ਉਸ ਲਈ ਕਿਹੜੇ ਓਕੇਜ਼ਨਸ ਨੇ ਕਿਹੜੇ ਉੱਥੇ ਤਿਉਹਾਰ ਚੱਲ ਰਿਹਾ ਹੈ ਉਹਨੂੰ ਐਮਫਸਾਈਜ਼ ਕਰਨ ਵਾਸਤੇ ਅਸੀਂ ਥੀਮ ਨੂੰ ਸਿਲੈਕਟ ਕਰਦੇ ਹਾਂ ਤੇ ਆਪਣਾ ਜਿਹੜਾ ਵਾ ਪਲੈਨਿੰਗ ਕਰਦੇ ਹਾਂ ਕਿ ਅਸੀਂ ਕਿਹੋ ਜਿਹੀ ਪਲੈਨਿੰਗ ਕਰਕੇ ਆਪਣੀ ਮਰਚੈਂਡਾਈਜ਼ ਨੂੰ ਜਿਹੜਾ ਵਾ ਡਿਸਪਲੇ ਕਰਨਾ ਹੈ, अपने गुड ਨੂੰ ਡਿਸਪਲੇ ਕਰਨਾ ਹੈ। ਮਰਚੈਂਡਾਈਜ਼ ਗੁੱਡ ਔਰ ਪ੍ਰੋਡਕਟ ਮੇਕ ਦਾ ਸੀਜ਼ਨਲ ਕੈਲੰਡਰ ਆਫ VM ਡਿਸਪਲੇ। ਮਤਲਬ ਇਹਦਾ ਹੈ ਵੈ ਕਿ ਜਦੋਂ ਅਸੀਂ ਇੱਕ ਕੈਲੰਡਰ ਰੈਡੀ ਕਰਨਾ ਹੈ ਕੈਲੰਡਰ ਦੇ ਅਕੋਰਡਿੰਗਲੀ ਆਪਣਾ ਵਿਜ਼ੂਅਲ ਡਿਸਪਲੇ ਕਰਨਾ ਹੈ। ਜੇ ਤੇ ਸਮਰ ਸੀਜ਼ਨ ਚੱਲਦਾ ਪਿਆ ਹੈ ਤੇ ਸਮਰ ਸੀਜ਼ਨ ਦੇ ਅਕੋਰਡਿੰਗਲੀ ਅਸੀਂ ਕਲਰਸ ਯੂਜ਼ ਕਰਨੇ ਆ। ਜੇ ਵਿੰਟਰ ਸੀਜ਼ਨ ਚੱਲ ਰਿਹਾ ਹੈ ਤੇ ਵਿੰਟਰ ਸੀਜ਼ਨ ਨੂੰ ਡਿਪਿਕਟ ਕਰਨ ਵਾਲੇ ਅਸੀਂ ਕਲਰਸ ਯੂਜ਼ ਕਰਨੇ ਵਿਜ਼ੂਅਲ ਡਿਸਪਲੇ 'ਚ। ਸੋ ਇਟ ਡਿਪੈਂਡਸ ਅਪਨ ਦਾ ਕੈਲੰਡਰ ਜਿਹੜਾ ਅਸੀਂ ਬਣਾਵਾਂਗੇ। ਸਿਲੈਕਸ਼ਨ ਆਫ ਮਰਚੈਂਡਾਈਜ਼ ਫॉर ਡਿਸਪਲੇ। ਹੁਣ ਅਸੀਂ ਜਿਸ ਪ੍ਰੋਡਕਟ ਨੂੰ ਜ਼ਿਆਦਾ ਐਮਫਸਾਈਜ਼ ਕਰਨਾ ਹੈ ਜੇ ਕਿਸੇ ਗਾਰਮੈਂਟਸ ਦੇ ਵਿੱਚ ਉਹਨਾਂ ਦੀ ਸਕਰਟ ਕਾਫੀ ਖੂਬਸੂਰਤ ਹੈ ਤੇ ਟੌਪਸ ਖੂਬਸੂਰਤ ਹੈ ਦੋਵਾਂ ਨੂੰ ਅਸੀਂ ਜੇ ਐਮਫਸਾਈਜ਼ ਕਰਦੇ ਹਾਂ ਤੇ ਸਾਨੂੰ ਸਾਰੀਆਂ ਟੈਕਨੀਕਸ ਐਲੀਮੈਂਟਸ ਐਂਡ ਪ੍ਰਿੰਸੀਪਲਸ ਆਫ ਡਿਜ਼ਾਈਨ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਉਹਦੇ ਕਲਰ ਕੰਬੀਨੇਸ਼ਨਸ ਯੂਜ਼ ਕਰਨੇ ਹੈ ਉਹਦੇ ਬੈਕਗ੍ਰਾਉਂਡ ਇਫੈਕਟਸ ਦੇਖਣੇ ਹੈ। ਕਿਸੇ ਨੂੰ ਮਾਡਲ ਨੂੰ ਜੇ ਅਸੀਂ ਗੋਗਲਸ ਪਵਾ ਦਿੱਤੇ ਹੈ ਤੇ ਗੋਗਲਸ ਜਿਹੜੇ ਉਹਦੇ ਨਾਲ ਮੈਚ ਕਰਨੇ ਚਾਹੀਦੇ ਹੈ। ਕੁਛ ਨਾ ਕੁਛ ਅਸੀਂ ਡਿਫਰੈਂਟ ਕਰਨਾ ਹੈ ਤਾਂ ਕਿ ਜਿਹੜੇ ਲੋਕੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਅਟਰੈਕਟ ਹੋ ਸਕਣ ਤੇ ਸਾਡੇ ਕੋਲ ਸਾਡੀ ਮਰਚੈਂਡਾਈਜ਼ ਸਾਡੇ ਗੁੱਡ ਵੱਲ ਅਟਰੈਕਟ ਹੋ ਕੇ ਜ਼ਿਆਦਾ ਤੋਂ ਜ਼ਿਆਦਾ ਸਾਡੀ ਸੇਲ ਜਿਹੜੀ ਹੈ ਵੱਧ ਸਕੇ। Fourth one, decision on where to display and number of VM display। VM display ਹੁੰਦਾ ਹੈ visual merchandiser display। डिसीजन है भी सानू डिसाइड करना चाहिए कि साडा कोई स्टोर है ओदी लोकेशन पहले डिसाइड करनी चाहिए कि किस लोकेशन केड़ी लोकेशन बहुत सोहनी है अट्रैक्टिव है वो लोकेशन डिसाइड करनी चाहिए है। फिर सानू यह डिसाइड करना चाहिए है कि असी हफ्ते बाद उन्होंने डिस्पले नू बदलना है कि महीने बाद बदलना है। सारा कुछ असी पहले तो मैनेज करके रखना चाहिए है ताकि साडा जो विजुअल डिस्पले है जिहड़ा असी डिस्पले करते पे हां ओहदे ते कस्टमर जिहड़े ज्यादा अट्रैक्ट हो सकन। Next है arranging the visual merchandising display in concept and the supplier concept with the with the supplier concept। ਅਸੀਂ ਜਿਹੜਾ visual display ਇਸ ਤਰ੍ਹਾਂ arrange ਹੈ ਕਿ ਧਿਆਨ ਦੇ ਵਿੱਚ ਰੱਖਣਾ ਹੈ ਜਿਸ ਤਰ੍ਹਾਂ ਅਸੀਂ ਅੱਜਕੱਲ ਦੇਖ ਰਹੇ ਹਾਂ ਕਿ ਸਾਡੇ ਮਾਸਕ ਬਹੁਤ ਚੱਲ ਰਹੇ ਨੇ। ਮਾਸਕ ਦੇ ਵਿੱਚ ਜੇ ਕੋਈ ਟ੍ਰਿਪਲ ਲੇਅਰ ਮਾਸਕ ਜਾਂ 5 लेयर मास्क कोई स्पेशल मास्क आ रहा है
ਤੇ ਉਹਦੀਆਂ ਜਿਹੜੀਆਂ ਖੂਬੀਆਂ ਜਿਹੜੀਆਂ ਵੈ ਉਹ ਵਿਜ਼ੂਅਲ ਡਿਸਪਲੇ ਦੇ ਵਿੱਚ ਨਜ਼ਰ ਆ ਜਾਣੀਆਂ ਚਾਹੀਦੀਆਂ ਕਿ ਹੈ ਇਹ ਨਹੀਂ ਹੈ ਕਿ ਉਹ ਬਾਅਦ ਚੋਂ ਪਤਾ ਲੱਗੇ ਕਸਟਮਰ ਨੂੰ, ਕਿਉਂਕਿ ਜਦੋਂ ਉਹ ਪਹਿਲੀ ਵਾਰੀ ਉਸ ਚੀਜ਼ ਨੂੰ ਦੇਖੇਗਾ ਉਹਦੀਆਂ ਖੂਬੀਆਂ ਉੱਥੇ ਸ਼ੋਅ ਕੀਤੀਆਂ ਹੋਣੀਆਂ ਤੇ ਉਸੇ ਵੇਲੇ ਉੱਤੋਂ ਅਟਰੈਕਟ ਹੋ ਜਾਏਗਾ ਤੇ ਉਸ ਤੋਂ ਬਾਅਦ ਉਹਨੂੰ ਪਰਚੇਸ ਕਰਨ ਲਈ ਆਏਗਾ। ਨੈਕਸਟ ਹੈ coloring and arranging of VM elements। ਅਸੀਂ ਕੀ ਕਰਨਾ ਹੈ, ਜਿਹੜੇ VM merchandising ਦੇ elements arranging of VM elements and visual merchandising elements ਅਸੀਂ ਕਿਹੜੀ ਚੀਜ਼ ਨੂੰ ਹਰ ਇੱਕ ਜਿਹੜਾ ਐਲੀਮੈਂਟ ਹੈ ਉਹਨੂੰ ਅਸੀਂ ਯੂਜ਼ ਕਰਦੇ ਹੋਏ ਅਸੀਂ ਆਪਣਾ ਜਿਹੜਾ ਅਰੇਂਜਮੈਂਟ ਕਰਨਾ ਹੈ, ਅਸੀਂ ਪਿੱਛੇ ਉਹੀ ਸਾਰਾ ਕੁਝ ਬੈਕਗਰਾਉਂਡ ਦੇਣੀ ਹੈ, ਸਭ ਕੁਝ ਜਿਹੜਾ ਹੈ ਵਿਜ਼ੂਅਲ ਐਲੀਮੈਂਟਸ ਧਿਆਨ ਵਿੱਚ ਰੱਖਣਾ ਹੋਇਆ ਅਸੀਂ ਕਰਨਾ ਹੈ। ਇਵੈਲੂਏਸ਼ਨ ਆਫ ਦਾ VM ਫॉर ਫਿਊਚਰ ਪਲੈਨਿੰਗ। ਹੁਣ ਅਸੀਂ ਕੀ ਕਰਨਾ ਹੈ, ਜਿਹੜਾ ਅਸੀਂ ਵਿਜ਼ੂਅਲ ਇਫੈਕਟ ਦਿੱਤਾ ਹੈ, ਜੋ ਅਸੀਂ ਡਿਸਪਲੇ ਕੀਤਾ ਹੈ, ਉਹਦਾ ਇਫੈਕਟ ਵੀ ਦੇਖਣਾ ਹੈ ਕਿ ਲੋਕਾਂ ਦੇ ਉੱਤੇ ਕੀ ਹੋ ਰਿਹਾ ਹੈ, ਕੀ ਲੋਕੀ ਅਟਰੈਕਟ ਹੋ ਰਹੇ ਹੈ, ਜੇ ਹੋ ਰਹੇ ਹੈ ਤੇ ਕਿੰਨਾ ਅਟਰੈਕਟ ਹੋ ਰਿਹਾ ਹੈ ਤੇ ਕਿਹੜੀ ਚੀਜ਼ ਤੋਂ ਅਟਰੈਕਟ ਹੋ ਰਿਹਾ ਹੈ, ਇਹ ਸਾਰਾ ਡਿਟੇਲ ਦੇ ਵਿੱਚ ਸਾਨੂੰ ਉਹਦੀ ਨੌਲੇਜ ਚਾਹੀਦੀ ਹੈ ਤਾਂ ਕਿ ਅਸੀਂ ਫਿਊਚਰ ਵਿੱਚ ਪਲਾਨ ਕਰ ਸਕੀਏ ਕਿ ਅਸੀਂ ਇਸ ਤਰ੍ਹਾਂ ਦਾ ਡਿਸਪਲੇ ਕਰਨਾ ਹੈ। ਜੇ ਕਈ ਵਾਰ ਹੁੰਦਾ ਕਿ ਪਿਛਲੇ ਜਿਹੜਾ ਡਿਸਪਲੇ ਕੀਤਾ ਹੁੰਦਾ ਹੈ, ਪਿਛਲੇ ਸਾਲ ਦਾ ਜਿਹੜਾ ਡਿਸਪਲੇ ਕੀਤਾ ਹੁੰਦਾ ਉਹ ਤੋਂ ਲੋਕੀ ਬਹੁਤ ਪ੍ਰਭਾਵਿਤ ਹੁੰਦੇ ਆ ਤੇ ਅਸੀਂ ਕੁਝ ਅਰੇਂਜਮੈਂਟਸ ਅਗਲੀ ਵਾਰ ਵੀ ਉਹਨੂੰ ਦੇਖਦਿਆਂ ਹੋਇਆਂ ਹੀ ਕਰ ਲੈਂਦੇ ਆ ਤਾਂ ਕਿ ਸਾਡੇ ਕਸਟਮਰਸ ਅਟਰੈਕਟ ਹੋ ਸਕਣ। Comparison study of VM display of competitors forecasting। ਹੁਣ ਅਸੀਂ ਇਹ ਵੀ ਦੇਖਣਾ ਹੈ ਕਿ ਅਸੀਂ ਜਦੋਂ ਵਿਜ਼ੂਅਲ ਡਿਸਪਲੇ ਕਰਦੇ ਹਾਂ, ਸਾਡੇ ਨਾਲ ਦੇ ਜਿਹੜੇ ਕੰਪੀਟੀਟਰਸ ਹੈ ਉਹਨਾਂ ਨੇ ਵੀ ਆਪਣਾ ਵਿਜ਼ੂਅਲ ਡਿਸਪਲੇ ਕੀਤਾ ਹੋਏਗਾ, ਉਹਨਾਂ ਨੇ ਵੀ ਆਪਣੇ ਜਿਹੜੇ ਗਾਰਮੈਂਟਸ ਨੂੰ ਐਨਹਾਂਸ ਕਰਨ ਲਈ ਉਹਦੇ ਵਾਸਤੇ ਚੀਜ਼ਾਂ ਵਰਤੀਆਂ ਹੋਣਗੀਆਂ, ਬਾਕੀ ਐਲੀਮੈਂਟਸ ਯੂਜ਼ ਕੀਤੇ ਹੋਣਗੇ। ਅਸੀਂ ਇਹ ਦੇਖਣਾ ਕਿ ਸਾਡੇ ਕੰਪੀਟੀਟਰਸ ਨੇ ਵੀ ਕੀ ਕੰਮ ਕੀਤਾ ਹੈ ਤਾਂ ਕਿ ਅਸੀਂ ਫਿਊਚਰ ਦੇ ਵਿੱਚ ਅਸੀਂ ਉਹਨਾਂ ਤੋਂ ਵਧੀਆ ਕੰਮ ਕਰ ਸਕੀਏ ਤੇ ਸਾਡੀ ਆਪਣੀ ਸੇਲ ਜਿਹੜੀ ਹੈ ਉਹ ਵੱਧ ਸਕੇ। ਇਹ ਸੀ ਰੋਲਸ ਆਫ ਅਪੈਰੈਂਟ ਵਿਜ਼ੂਅਲ ਮਰਚੈਂਡਾਈਜ਼ਰ ਦੇ ਕੀ ਰੋਲਸ ਨੇ। ਅਸੀਂ ਅੱਜ ਸਿੱਖਿਆ ਹੈ ਕਿ ਅਲੱਗ-ਅਲੱਗ ਤਰ੍ਹਾਂ ਦੇ ਮਰਚੈਂਡਾਈਜ਼ਰਸ ਕੀ ਹੁੰਦੇ ਨੇ ਤੇ ਸਾਡਾ ਜਿਹੜਾ ਟੌਪਿਕ ਸੀ ਇੰਟਰੋਡਕਸ਼ਨ ਟੂ ਫੈਸ਼ਨ ਮਰਚੈਂਡਾਈਜ਼ਿੰਗ ਸੀ, ਜਿਹੜਾ ਮੈਂ ਅੱਜ ਐਕਸਪਲੇਨ ਕਰ ਦਿੱਤਾ। ਹੁਣ ਅਸੀਂ ਗੱਲ ਕਰਾਂਗੇ ਮਿਸ਼ਨ ਫਤਿਹ ਦੀ। ਮਿਸ਼ਨ ਫਤਿਹ ਜਿਹੜਾ ਪੰਜਾਬ ਸਰਕਾਰ ਦੁਆਰਾ ਚਲਾਇਆ ਗਿਆ ਹੈ, ਉਹਦੇ ਜਿਹੜੇ ਮੇਨ ਪੁਆਇੰਟਸ ਨੇ ਕਿ ਉਹਨਾਂ ਦਾ ਮੇਨ ਟੀਚਾ ਕੀ ਹੈ ਕਿ ਤੁਸੀਂ ਘਰ ਰਹੋ, ਸਟੇ ਹੋਮ, ਕੀਪ ਏ ਸੇਫ ਡਿਸਟੈਂਸ, ਆਪਸ ਦੇ ਵਿੱਚ ਸੋਸ਼ਲ ਡਿਸਟੈਂਸ ਬਣਾਓ, ਫਿਜ਼ੀਕਲ ਡਿਸਟੈਂਸ ਬਣਾਓ ਤਾਂ ਕਿ ਤੁਹਾਨੂੰ ਇਹ ਜਿਹੜੀ ਕਰੋਨਾ ਮਹਾਮਾਰੀ ਹੈ ਕੁਝ ਕਹਿ ਨਾ ਸਕੇ, ਤੁਹਾਡੇ ਤੇ ਪ੍ਰਭਾਵਿਤ ਨਾ ਹੋ ਸਕੇ। ਵਾਸ਼ ਹੈਂਡਸ ਓਫਨ, ਆਪਣੇ ਜਿਹੜੇ ਹੱਥ ਹੈ ਉਹ ਟਾਈਮ ਟੂ ਟਾਈਮ ਵਾਸ਼ ਕਰਦੇ ਰਹੋ, 20 ਸੈਕਿੰਡਸ ਦੇ ਵਿੱਚ ਵਾਸ਼ ਕਰੋ, 20 ਸੈਕਿੰਡਸ ਲਗਾ ਕੇ, ਤਾਂ ਕਿ ਵਾਸ਼ ਕਰਨ ਤੇ ਸਾਡੀ ਕੋਰੋਨਾ ਵਾਇਰਸ ਦੀ ਕੋਈ ਵੀ ਪ੍ਰੋਬਲਮ ਹੋਏ ਤੇ ਉਸੇ ਵੇਲੇ ਹੀ ਉਹ ਵਾਇਰਸ ਮਰ ਜਾਣ। ਕਵਰ ਯੋਰ ਕਫ, ਜੇ ਤੁਹਾਨੂੰ ਕੋਈ ਨਿੱਛ ਆ ਰਹੀ ਹੈ ਜਾਂ ਕਫ ਹੋ ਗਿਆ ਜਾਂ ਖਾਂਸੀ ਆ ਰਹੀ ਹੈ ਉਹਨੂੰ ਕਵਰ ਕਰਕੇ ਰੱਖੋ ਟਿਸ਼ੂ ਪੇਪਰ ਦੇ ਨਾਲ ਤਾਂ ਕਿ ਉਹ ਪ੍ਰੋਬਲਮ ਬਾਕੀਆਂ ਤੱਕ ਨਾ ਫੈਲ ਸਕੇ। ਸਟੈਪ ਨੰਬਰ 5, ਜੇ ਤੁਸੀਂ ਬਿਮਾਰ ਲੱਗ ਰਹੇ ਹੋ, ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਚ ਸਿੰਪਟਮਸ ਆ ਗਏ ਨੇ ਕਰੋਨਾ ਵਾਇਰਸ ਦੇ, ਤੁਸੀਂ 104 ਨੰਬਰ ਦੇ ਉੱਤੇ ਹੈਲਪਲਾਈਨ ਨੰਬਰ ਦੇ ਉੱਤੇ ਕੰਟੈਕਟ ਕਰੋ ਤਾਂ ਕਿ ਤੁਹਾਨੂੰ ਵਧੇਰੇ ਤੋਂ ਵਧੇਰੇ ਜਾਣਕਾਰੀ ਮਿਲ ਸਕੇ ਤੇ ਜ਼ਰੂਰੀ ਸਹਾਇਤਾ ਮੈਡੀਕਲ ਜਿਹੜੀ ਹੈ ਮਿਲ ਸਕੇ। ਨੈਕਸਟ, ਹਾਂਜੀ ਹੁਣ ਜੇ ਕਿਸੇ ਦੀਆਂ ਕੁਐਰੀਜ਼ ਹੈ ਤੇ ਪਲੀਜ਼ ਦੱਸੋ ਮੈਨੂੰ। ਹਾਂਜੀ ਕੁਐਰੀਜ਼, ਹੈਲੋ ਹੈਲੋ। ਜੇ ਕਿਸੇ ਵੀ ਸਟੂਡੈਂਟ ਦੀ ਕੋਈ ਕੁਐਰੀ ਹੈਗੀ ਆ, ਮੈਂ ਆਥੋਰਾਈਜ਼ ਕਰਤਾ, ਉਹ ਆਪਣੇ ਆਪ ਨੂੰ ਅਨਮਿਊਟ ਕਰਕੇ ਮੈਮ ਕੋਲੋਂ ਪੁੱਛ ਸਕਦੇ ਨੇ। ਥੈਂਕ ਯੂ। ਹਾਂਜੀ ਹਾਂਜੀ, ਕੁਐਸਚਨਸ ਹੈ ਕਿਸੇ ਦੇ ਤੇ ਪਲੀਜ਼ ਪੁੱਛੋ। ਹਾਂਜੀ ਕਿਸੇ ਦੇ ਕੁਐਸਚਨਸ ਹੈ ਤੇ ਪਲੀਜ਼ ਮੇਰੇ ਨਾਲ ਸ਼ੇਅਰ ਕਰੋ, ਮੈਨੂੰ ਦੱਸੋ। हेलो विभा मैम। हाँ जी। हाँ जी, उपासना बोल रही हूँ। हाँ जी मैम।
ਮੈਮ ਤੁਹਾਡਾ ਲੈਕਚਰ ਵਧੀਆ ਸੀਗਾ। ਬੱਚੇ ਇਸ ਤੋਂ ਮੈਨੂੰ ਲੱਗਦਾ ਵੱਧ ਤੋਂ ਵੱਧ ਲਾਭ ਉਠਾਉਣਗੇ। ਆਪਣਾ ਬਿਜ਼ਨਸ ਕਰਨਾ ਹੋਵੇ, ਕੁਝ ਕਰਨਾ ਹੋਏ, ਉਹਨਾਂ ਨੂੰ ਪਤਾ ਹੁੰਦਾ। ਤੁਸੀਂ ਛੋਟੀ ਛੋਟੀਆਂ ਬਰੀਕੀਆਂ ਬਾਰੇ ਬੜੀ ਅੱਛੀ ਤਰ੍ਹਾਂ ਜਾਣਕਾਰੀ ਦਿੱਤੀ ਹੈ। ਬੱਚਿਆਂ ਲਈ ਹਾਂਜੀ ਹਾਂਜੀ ਰਹੇਗਾ ਤੁਹਾਡਾ ਲੈਕਚਰ। ਤੇ ਹਾਂਜੀ ਬੱਚਿਆਂ ਹਾਂਜੀ ਨੂੰ ਨੌਲੇਜ ਵੀ ਹੈ ਹੋਣੀ ਚਾਹੀਦੀ ਹੈ, ਕਿਉਂਕਿ ਸੈਲਫ ਇੰਪਲਾਇਮੈਂਟ ਤੇ ਅਸੀਂ ਜ਼ੋਰ ਦਿੰਦੇ ਹਾਂ। ਤੇ ਮੈਨੂੰ ਲੱਗਦਾ ਹਾਂਜੀ ਤੁਹਾਡਾ ਹਾਂਜੀ ਕੰਮ ਬਹੁਤ ਹੀ ਵਧੀਆ ਹੈ ਔਰ ਬਹੁਤ ਹੀ ਫਰੂਟਫੁਲ ਰਹੇਗਾ ਬੱਚੇ। ਥੈਂਕ ਯੂ ਮੈਮ। ਹਾਂਜੀ ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ, ਕਿਸੇ ਦੇ ਕੁਐਸਚਨਸ ਹੈ ਤੇ ਪੁੱਛੋ ਪਾਰਟਿਸਿਪੈਂਟਸ। ਕੋਈ ਕੁਐਰੀਜ਼ ਹੈ ਕਿਸੇ ਦੀਆਂ, ਹੈਂਡ ਰੇਜ਼ ਕਰ ਸਕਦੇ ਹੋ ਤੁਸੀਂ। ਤੁਸੀਂ ਆਪਣੇ ਹੈਂਡ ਵੀ ਰੇਜ਼ ਕਰ ਸਕਦੇ ਹੋ, ਕੋਈ ਕੁਐਸਚਨਸ ਪੁੱਛਣੇ ਆ ਮੇਰੇ ਤੋਂ ਪੁੱਛ ਸਕਦੇ ਹੋ। ਹਾਂਜੀ ਅਲੀਸ਼ਾ, ਹਾਂਜੀ ਬੋਲੋ ਬੇਟਾ। ਹੈਲੋ, ਹਾਂਜੀ ਅਲੀਸ਼ਾ ਜੀ। ਹਾਂਜੀ ਅਲੀਸ਼ਾ ਜੀ, हैंड रेज किया अलीशा जी ने, पूछो बेटा क्वेश्चन। हेलो हेलो, हाँ जी अलीशा जी ने हैंड रेज किया, हेलो मैम। क्वेश्चन पूछो बेटा। हाँ जी हाँ जी बोलो। मैम गुड आफ्टरनून। आफ्टरनून जी, गुड आफ्टरनून, वेरी गुड आफ्टरनून। हाँ मैम जी, वो जो मंचर्स बारे में आपने बताया था वो थोड़ा मुझे समझ नहीं आया स्टार्टिंग में। किसमें किसमें आप कह रहे हो? जैसे आपने वो विजुअल वाला बताया था ना थोड़ा। अच्छा, मर्चेंडाइजिंग, हाँ जी विजुअल मर्चेंडाइजिंग, हाँ जी हाँ ये जी इसके बारे में आपको जानकारी चाहिए? हाँ जी हाँ जी हाँ जी। एवरी कस्टमर वांट्स टू सी द प्रोडक्ट बिफोर दे डू परचेज। मतलब परचेज ਕਰਨ ਤੋਂ ਪਹਿਲੇ ਖਰੀਦ ਤੇ ਹਰ ਕੋਈ ਬੰਦਾ ਚਾਹੁੰਦਾ ਹੈ ਕਿ ਅਸੀਂ ਉਹਨੂੰ ਇੱਕ ਵਾਰੀ ਦੇਖ ਲਈਏ। ਇਹ ਹੁੰਦਾ ਨਾ ਸਾਰਿਆਂ ਦੇ ਵਿੱਚ हाँ ਕਿ ਅਸੀਂ जी ਪਹਿਲੇ ਉਹਨੂੰ ਦੇਖ ਲਈਏ, ਉਹ ਕਪੜਾ ਕਿਹੋ ਜਿਹਾ, ਦਿਖਾਈ ਕਿਹੋ ਜਿਹਾ ਦੇ ਰਿਹਾ, ਦਿਸਦਾ ਕਿਹੋ ਜਿਹਾ। A store must display the product what it has for sales। ਤੇ ਸਟੋਰ ਕੀ ਕਰਦਾ ਹੈ, ਕੋਈ ਰਿਟੇਲ ਸਟੋਰ ਹੈ ਜਿਸ ਤਰ੍ਹਾਂ ਤੁਸੀਂ ਮੌਲਸ ਦੇ ਵਿੱਚ ਵੇਖਿਆ ਹੋਏਗਾ, ਉਹ ਕਿਸੇ ਵੀ ਪ੍ਰੋਡਕਟ ਨੂੰ ਪਹਿਲੇ ਡਿਸਪਲੇ ਕਰਦਾ ਹੈ। ਡਿਸਪਲੇ ਕਰਦਾ ਹੈ ਵਿੰਡੋਜ਼ 'ਚ, ਸ਼ੀਸ਼ੇ ਦੀਆਂ ਵਿੰਡੋਜ਼ ਬਣੀਆਂ ਹੁੰਦੀਆਂ, ਉਹਦੇ ਵਿੱਚ ਪ੍ਰੋਡਕਟ ਨੂੰ ਡਿਸਪਲੇ ਕਰਦਾ ਹੈ ਤਾਂ ਕਿ ਉਹਨੂੰ ਪਹਿਲੇ ਡਿਸਾਈਡ ਕਰਨਾ ਪੈਂਦਾ ਹੈ ਕਿ ਕਿਹੜਾ ਅਸੀਂ ਪ੍ਰੋਡਕਟ ਜ਼ਿਆਦਾ ਐਮਫਸਾਈਜ਼ ਕਰਨਾ ਹੈ। ਐਂਡ ਦ ਡਿਸਪਲੇ ਸ਼ੁੱਡ ਬੀ ਡਨ ਇਨ ਅ ਵੇ ਸੋ ਦੈਟ ਇਟ ਸ਼ੁੱਡ ਅਟਰੈਕਟ ਦਾ ਕਸਟਮਰ। ਤੇ ਜਿਹੜਾ ਡਿਸਪਲੇ ਕੀਤਾ ਗਿਆ ਉਹਦੇ 'ਚ ਕਲਰ ਕੰਬੀਨੇਸ਼ਨਸ, ਰੰਗ ਰੂਪ ਦਾ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਜਿਹੜੇ ਕਸਟਮਰ ਜਿਹੜੇ ਹੈ ਛੇਤੀ ਅਟਰੈਕਟ ਹੋ ਜਾਣ, ਛੇਤੀ ਖਿੱਚੇ ਜਾਣ ਤੇ ਉਹ ਵੱਧ ਤੋਂ ਵੱਧ ਉਹਨਾਂ ਦੀ ਸੇਲ ਵੱਧ ਜਾਏ। Visual merchandising is an art of displaying the things in an attractive way। Visual merchandising ਜਿਹੜੀ ਹੁੰਦੀ ਹੈ ਇੱਕ ਕਲਾ ਹੈ ਜਿਹਦੇ ਵਿੱਚ ਅਸੀਂ ਆਪਣੀਆਂ ਚੀਜ਼ਾਂ ਨੂੰ ਲੋਕਾਂ ਨੂੰ ਦਿਖਾਉਂਦੇ ਆ, ਪ੍ਰੈਜ਼ੈਂਟ ਕਰਦੇ ਆ ਬਹੁਤ ਹੀ ਆਕਰਸ਼ਕ ਤਰੀਕੇ ਨਾਲ, ਤਾਂ ਕਿ ਜਿਹੜੇ ਲੋਕਾਂ ਦੀ ਅਟੈਂਸ਼ਨ ਅਸੀਂ ਲੈ ਸਕੀਏ, ਉਹ ਅਟਰੈਕਟ ਹੋ ਜਾਣ ਤੇ ਸਾਡੀ ਸੇਲ ਵਾਸਤੇ, ਸਾਡੀ ਖਰੀਦਣ ਵਾਸਤੇ ਉਹ ਜਿਹੜਾ ਕਸਟਮਰ ਹੈ ਉਹ ਜਿਹੜੀ ਚੀਜ਼ ਨੂੰ ਖਰੀਦਣ ਵਾਸਤੇ ਤਿਆਰ ਹੋ ਜਾਏ। ਵਿਜ਼ੂਅਲ ਮਰਚੈਂਡਾਈਜ਼ਿੰਗ ਜਿਹੜੀ ਹੁੰਦੀ ਹੈ ਮੇਡ ਇਨ ਦਾ ਸਟੋਰ ਵਿੰਡੋਜ਼ ਆਰ ਦਾ ਕਸਟਮਰਸ ਫਰਸਟ ਵਿਊ ਪੁਆਇੰਟ। ਸਭ ਤੋਂ ਪਹਿਲਾਂ ਉਹ ਜਿਹੜਾ ਕਸਟਮਰ ਹੈ ਉਹ ਕਿਸੇ ਵੀ ਪ੍ਰੋਡਕਟ ਦੀ ਜਿਹੜੀ ਵਿਜ਼ੂਅਲ ਜਿਹੜੀ ਦਿੱਖ ਹੈ ਉਹ ਕਿੱਥੋਂ ਦੇਖਦਾ ਹੈ, ਜਿਹੜੀਆਂ ਉਹ ਸਟੋਰਸ ਦੇ ਵਿੱਚ ਜਿਹੜੀਆਂ ਸ਼ੀਸ਼ੇ ਦੀਆਂ ਵਿੰਡੋਜ਼ ਹੁੰਦੀਆਂ ਨੇ ਉਹਦੇ 'ਚ ਸੋਹਣੀ ਤਰ੍ਹਾਂ ਤੇ ਡਿਸਪਲੇ ਕੀਤਾ ਹੁੰਦਾ ਹੈ। ਅਸੀਂ ਜਦੋਂ ਉਹਨਾਂ ਨੂੰ ਦੇਖਦੇ ਹਾਂ ਅਟਰੈਕਟ ਹੋ ਜਾਂਦੇ ਹਾਂ ਤੇ ਜਾ ਕੇ ਉਸ ਚੀਜ਼ ਨੂੰ ਖਰੀਦ ਕੇ ਘਰ ਲੈ ਆਉਂਦੇ ਹਾਂ। ਸੋ ਵਿਜ਼ੂਅਲ ਮਰਚੈਂਡਾਈਜ਼ਿੰਗ ਜਿਹੜੀ ਹੈ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਹਾਂਜੀ हाँ ਅਲੀਸ਼ਾ जी ਜੀ। मैम। मैम थैंक यू सो ਹਾਂਜੀ ਹੋਰ ਕੋਈ क्वेश्चन? नो मैम हाँ जी थैंक हाँ यू जी सो मच। बट मैम एक और हाँ जी क्वेश्चन था। थैंक यू। अगर इसके हाँ बारे या जी हाँ किसी और जी चीज के बारे में आपसे डिटेल लेना चाहे तो बात कर सकते हैं। हेलो ਹਾਂਜੀ ਬੇਟਾ, ਮੈਡਮ ਦਾ ਇਹ ਕੰਟੈਕਟ ਨੰਬਰ ਇਹਦੇ ਵਿੱਚ ਦਿੱਤਾ ਹੋਇਆ, हाँ ਤੁਸੀਂ जी ਉਹਨੂੰ सर। ਦੇਖ ਸਕਦੇ ਹੋ ਸਕਰੀਨ ਤੇ, हाँ जी ਜਾਂ हाँ ਉਹਨਾਂ जी। ਨੂੰ ਮੇਲ ਕਰ ਸਕਦੇ ਹੋ chauhanviba17@yahoo.in। ओके जी। ਕੋਈ ਵੀ ਕਿਊਰੀਜ਼ ਹੈ ਤੁਸੀਂ ਫੋਨ ਤੇ ਜਾਂ WhatsApp ਤੇ ਜਾਂ ਈਮੇਲ ਤੇ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ। ओके सर। सर एक रिक्वेस्ट है, ਹਾਂਜੀ ਬੇਟਾ। अगर आप वो 6 पैनल पेटीकोट और 4 पैनल उसकी ड्राफ्टिंग एक्सप्लेन करोगे नेक्स्ट टाइम तो अच्छा रहेगा। वो मैडम का ही टॉपिक है बेटा, आप मैडम से बात कर लेना, वो मैडम ने करवाया था 6 पैनल और 4 पैनल पेटीकोट। ओके सर। ठीक है, वो आपकी हेल्प ओके कर देंगे। ओके थैंक यू सो मच। ओके बेटा। हाँ जी थैंक यू बेटा, थैंक यू सो मच। वेलकम मैम, थैंक यू। हाँ जी थैंक यू जी, थैंक यू। हाँ जी होर किसी दे क्वेश्चंस है?
ਪੁੱਛ ਸਕਦੇ ਹੋ ਤੁਸੀਂ ਕੁਐਸਚਨਸ। ਹਾਂਜੀ, ਹੋਰ ਕਿਸੇ ਦੇ ਕੁਐਸਚਨਸ ਹੈ ਤੇ ਪਲੀਜ਼ ਪੁੱਛੋ ਮੈਨੂੰ, ਨਹੀਂ ਤਾਂ ਜਿਹੜਾ ਡਿਸਪਲੇ ਕੀਤਾ ਗਿਆ ਹੈ ਮੇਰਾ ਕੰਟੈਕਟ ਡਿਟੇल्स ਹੈ 8284849005, ਈਮੇਲ ਹੈ chauhanvibha17@yahoo.in। ਤੁਸੀਂ ਮੈਨੂੰ ਕੁਐਸਚਨਸ ਵੀ ਪੁੱਛ ਸਕਦੇ ਹੋ, ਜੋ ਤੁਹਾਡਾ ਦਿਲ ਕਰਦਾ ਹੈ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਮੈਨੂੰ। ਹੋਰ ਕਿਸੇ ਦੀ ਕੋਈ ਕੁਐਰੀ ਨਹੀਂ ਹੈ? ਹੈਲੋ, ਹਾਂਜੀ ਕੋਈ ਕੁਐਸਚਨਸ ਹੈ ਤੇ ਪਲੀਜ਼ ਪੁੱਛੋ ਤੁਸੀਂ। ਹਾਂਜੀ Hello. ਅਨੀਸ਼ਾ ਜੀ ਨੇ, ਹਾਂਜੀ हाँ जी दबा मैम परवीन बोल रही हूँ। गुड आफ्टरनून जी। ਗੁੱਡ ਆਫਟਰਨੂਨ ਜੀ, ਵੈਰੀ ਗੁੱਡ ਆਫਟਰਨੂਨ। ਹਾਂਜੀ ਮੈਮ। ਲੈਕਚਰ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਸੀਗੀ, ਜਿਹੜਾ ਬੱਚੇ ਸਵਾਲ ਪੁੱਛਣ, ਹੈ ਨਾ, ਮੈਨੂੰ ਲੱਗਦਾ ਨਹੀਂ ਕੋਈ ਬੱਚੇ ਦੀ ਕੁਐਰੀ ਹੈਗੀ ਆ। ਬਹੁਤ ਅੱਛਾ ਸੀਗਾ, ਵਧੀਆ ਤੁਸੀਂ ਡਿਟੇਲ ਦਿੱਤੀ ਹੈ, ਐਕਸਪਲੇਨੇਸ਼ਨ ਬਹੁਤ ਵਧੀਆ ਦਿੱਤੀ। ਥੈਂਕ ਯੂ ਤੇ ਜੀ, ਮੈਨੂੰ ਥੈਂਕ ਲੱਗਦਾ ਯੂ। ਨਹੀਂ ਕਿ ਬੱਚਿਆਂ ਦੀ ਕੁਐਰੀ ਕੋਈ ਹੋਏਗੀ, ਇਸ ਕਰਕੇ ਕੋਈ ਬੋਲ ਨਹੀਂ ਰਿਹਾ ਨਾ ਅੱਜ। ਹਾਂਜੀ ਹਾਂਜੀ ਹਾਂਜੀ, ਕੋਈ ਆ ਨਹੀਂ ਰਿਹਾ ਅੱਗੇ। ਬਹੁਤ ਅੱਛੀ ਸੀ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਓਕੇ ਮੈਮ, ਪਲੇਜ਼ਰ ਜੀ। ਹਾਂਜੀ ਹਾਂਜੀ, ਓਕੇ ਜੀ।